ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਪਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਵਿਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਹਿਨ ਭੇਵ। ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਆਏ ਮਿਲੇ ਸ੍ਰੀ ਗੁਰ ਨਿਕਟ ਦੇਖਿਓ ਪ੍ਰੇਮ ਵਿਸਾਲ। ਪਰੇ ਚਰਨ ਕਰ ਜੋਰ ਕਰ ਲਖੇ ਸੋ ਪ੍ਰਭੂ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਸੁਭਾਏਮਾਨ ਹੋ ਕੇ ਸਤਿਗੁਰੂ ਕਲਗੀਧਰ ਪਿਤਾ ਪੰਥ ਦੇ ਵਾਲੀ ਦੀ ਪਾਵਨ ਕਥਾ ਸਰਵਣ ਕਰ ਰਹੇ ਹੋ। ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਭਾਈ ਸਾਹਿਬ ਨੰਦ ਲਾਲ ਜੀ ਦੇ ਬਾਰੇ ਸੁਣਿਆ ਕਿ ਇਤਨੇ ਵੱਡੇ ਵਿਦਵਾਨ ਹਨ ਪਰ ਅਜੇ ਤੱਕ ਮੁਸਲਮਾਨ ਨਹੀਂ ਬਣੇ, ਇਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਸ਼ਾਹਜ਼ਾਦਾ ਮੁਅੱਜ਼ਮ ਨੇ, ਇਹ ਬਹਾਦਰ ਸ਼ਾਹ ਜੋ ਬਾਦਸ਼ਾਹ ਬਣਿਆ ਹੈ ਬਾਅਦ ਵਿੱਚ, ਭਾਈ ਨੰਦ ਲਾਲ ਜੀ ਦਾ ਮਿੱਤਰ ਸੀ, ਕਹਿਣ ਲੱਗਾ ਤੁਹਾਡੇ ਉੱਤੇ ਧਰਮ ਸੰਕਟ ਆਉਣ ਬਣਿਆ ਹੈ। ਮੈਂ ਤੁਹਾਡੀ ਤਾਰੀਫ ਆਪਣੇ ਪਿਤਾ ਕੋਲ ਕਰ ਬੈਠਾ ਹਾਂ। ਮੇਰੇ ਪਿਤਾ ਨੇ ਤੁਹਾਨੂੰ ਦੇਖ ਕੇ ਕਿਹਾ ਹੈ ਕਿ ਹਿੰਦੂ ਐਡਾ ਵਿਦਵਾਨ ਨਹੀਂ ਹੋਣਾ ਚਾਹੀਦਾ, ਇਸ ਨੂੰ ਮੁਸਲਮਾਨ ਬਣਾਇਆ ਜਾਵੇ। ਸੋ ਹੁਣ ਤੁਸੀਂ ਆਪਣਾ ਕੋਈ ਬਚਾਅ ਕਰਨਾ ਚਾਹੁੰਦੇ ਹੋ ਤਾਂ ਕਰ ਲਓ, ਇਸ ਤੋਂ ਬਾਅਦ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਭਾਈ ਨੰਦ ਲਾਲ ਜੀ ਵਾਸਤੇ ਇੱਕ ਤਰ੍ਹਾਂ ਦਾ ਪਹਾੜ ਟੁੱਟ ਪਿਆ, ਪਰ ਜਿਸ ਨੂੰ ਗੁਰੂ ਉੱਤੇ ਟੇਕ ਹੋਵੇ ਉਸ ਨੂੰ ਕੋਈ ਖਤਰਾ ਨਹੀਂ। ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਉ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੁੱਖ ਦਰਦ ਪ੍ਰਮਤਾ ਕਾ ਭਾਗੀ। ਮਹਾਰਾਜ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਨਾਲ ਇਸ ਜੋ ਦਰੋਗਾ ਸੀ ਦਿੱਲੀ ਦੇ ਵਿੱਚ ਸਾਧ ਸੰਗਤ ਜੀ, ਗੁਰੂ ਘਰ ਦਾ ਪ੍ਰੇਮੀ, ਭਾਈ ਸਾਹਿਬ ਦਾ ਸਤ ਸੰਗੀ, ਅੱਠੇ ਪੈਰ ਭਾਈ ਸਾਹਿਬ ਦੀ ਸੰਗਤ ਕਰਨ ਵਾਲਾ, ਉਹ ਦਰੋਗਾ ਵੀ ਗੁਰੂ ਸਾਹਿਬ ਦੇ ਕੋਲ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਇਹ ਦੋਵੇਂ ਜਣੇ ਰਸਤੇ ਵਿੱਚ ਗੁਰੂ ਸਾਹਿਬ ਦੀ ਵਾਰਤਾ ਕਰਦੇ ਸੁਣਦੇ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚੇ ਨੇ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਆਏ ਮਿਲੇ ਸ੍ਰੀ ਗੁਰ ਨਿਕਟ ਦੇਖਿਓ ਪ੍ਰੇਮ ਵਿਸਾਲ। ਸਾਧ ਸੰਗਤ ਜੀ, ਇਹ ਦੋਵੇਂ ਹੀ ਮਹਾਰਾਜ ਦੇ ਚਰਨਾਂ 'ਚ ਆਏ ਹਨ। ਭਾਈ ਨੰਦ ਲਾਲ ਅਤੇ ਦਿੱਲੀ ਦਾ ਦਰੋਗਾ ਆ ਕੇ ਸਤਿਗੁਰੂ ਪਾਤਸ਼ਾਹ ਦੇ ਬੜੇ ਪ੍ਰੇਮ ਨਾਲ ਦਰਸ਼ਨ ਕੀਤੇ ਹਨ। ਪਰੇ ਚਰਨ ਕਰ ਜੋਰ ਕਰ ਲਖੇ ਸੋ ਪ੍ਰਭੂ ਕਿਰਪਾਲ। ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਕਿਰਪਾਲੂ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਭਾਈ ਨੰਦ ਲਾਲ ਨੇ ਭੇਟ ਚੜਾਈ। ਭਾਈ ਨੰਦ ਲਾਲ ਜੀ ਗੁਰੂ ਚਰਨਾਂ ਵਿੱਚ ਭੇਟਾ ਲੈ ਕੇ ਆਏ ਹਨ। ਬੀਚ ਫਾਰਸੀ ਬੈਂਤ ਬਣਾਈ। ਕਿਉਂਕਿ ਭਾਈ ਸਾਹਿਬ ਇੱਕ ਬੜੇ ਉੱਚ ਕਵੀ ਦੇ ਪਰਸ਼ੀਅਨ ਭਾਸ਼ਾ ਦੇ ਕਵੀ ਸਨ। ਭਾਈ ਸਾਹਿਬ ਜੀ ਦੇ ਮਹਾਨ ਕਵੀ ਕਾਵਿ ਦੇ ਸਾਹਮਣੇ ਸਾਧ ਸੰਗਤ ਜੀ, ਈਰਾਨ ਦੇ ਵੱਡੇ ਵੱਡੇ ਵਿਦਵਾਨ ਫਾਰਸੀ ਦੇ ਕਵੀ ਵੀ ਮਾਤ ਪੈ ਜਾਂਦੇ ਹਨ। ਅਜੇ ਵੀ ਉੱਥੇ ਦੀਆਂ ਯੂਨੀਵਰਸਿਟੀਆਂ ਵਿੱਚ ਭਾਈ ਸਾਹਿਬ ਦੀ ਗਜ਼ਲਾਂ ਪੜ੍ਹਾਈਆਂ ਜਾਂਦੀਆਂ, ਉਹਨਾਂ ਦੀਆਂ ਰੁਬਾਈਆਂ ਪੜ੍ਹਾਈਆਂ ਜਾਂਦੀਆਂ ਨੇ। ਇਹ ਇਤਨੇ ਵੱਡੇ ਫਾਰਸੀ ਦੇ ਕਵੀ ਭਾਈ ਨੰਦ ਲਾਲ ਜੀ 10ਵੇਂ ਪਾਤਸ਼ਾਹ ਦੀ ਭੇਟਾ ਲੈ ਕੇ ਆਏ ਨੇ। ਫਾਰਸੀ ਦੇ ਵਿੱਚ ਗਜ਼ਲਾਂ ਤਿਆਰ ਕੀਤੀਆਂ ਹਨ ਅਤੇ ਬੜੀਆਂ ਸੁੰਦਰ ਬੈਂਤਾਂ, ਗਜ਼ਲਾਂ, ਰੁਬਾਈਆਂ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਕਰਨਗੇ। ਸਤਿਗੁਰ ਸਿਫਤ ਬ੍ਰਹਮ ਕੋ ਗਿਆਨ। ਇਹਨਾਂ
ਜਿਹੜੀਆਂ ਸੁੰਦਰ ਗਜ਼ਲਾਂ ਹਨ, ਭਾਈ ਨੰਦ ਲਾਲ ਜੀ ਦੀ ਬਾਣੀ ਹੈ, ਇਹਨਾਂ ਵਿੱਚ ਗੁਰੂ ਦੀ ਸਿਫਤ ਕੁੱਟ-ਕੁੱਟ ਕੇ ਭਰੀ ਹੋਈ ਹੈ ਔਰ ਬ੍ਰਹਮ ਗਿਆਨ ਦਾ ਸਰੂਪ ਵਰਣਨ ਕੀਤਾ ਹੈ। ਜੁਗਤ ਉਕਤ ਬਹੁ ਰੀਤ ਬਖਾਨ, ਬੜੀਆਂ ਉਕਤੀਆਂ ਤੇ ਜੁਗਤੀਆਂ ਦੇ ਨਾਲ ਬੜੇ ਸੁੰਦਰ ਢੰਗ ਨਾਲ ਭਾਈ ਨੰਦ ਲਾਲ ਜੀ ਨੇ ਬਾਣੀ ਰਚੀ ਹੈ। ਉਸ ਕਹਾਵਤ ਦਸਵੇਂ ਪਾਤਸ਼ਾਹੂ, 10ਵੇਂ ਪਾਤਸ਼ਾਹ ਨੇ ਜਦੋਂ ਭਾਈ ਨੰਦ ਲਾਲ ਜੀ ਨੂੰ ਵੇਖਿਆ, ਉਹਨਾਂ ਨੇ ਪੋਥੀ ਭੇਟਾ ਰੱਖੀ ਚਰਨਾਂ ਵਿੱਚ। ਪੋਥੀ ਵੇਖ ਕੇ ਕਲਗੀਧਰ ਜੀ ਮੁਸਕਰਾ ਪਏ। ਕਿਰਪਾ ਕਰਤ ਬੂਝਤ ਭੇਤਾਹੂ, ਹੱਸ ਕੇ ਮੁਸਕਰਾ ਕੇ ਕਿਰਪਾ ਦ੍ਰਿਸ਼ਟੀ ਦੇ ਘਰ ਵਿੱਚ ਆ ਕੇ ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਪੁੱਛਦੇ ਹਨ, ਆਨਿਓ ਕਹਾ ਸੁਣਾਵੋ ਪਿਆਰੇ। ਹੇ ਪਿਆਰੇ ਨੰਦ ਲਾਲ ਜੀ, ਸਾਡੇ ਲਈ ਕੀ ਲੈ ਕੇ ਆਏ ਹੋ? ਕਿਰਪਾ ਕਰਕੇ ਸੁਣਾਓ। ਕਿਆ ਇਸ ਪੋਥੀ ਬੀਚ ਉਚਾਰੇ, ਇਸ ਪੋਥੀ 'ਚ ਕੀ ਲਿਖਿਆ ਹੈ? ਇਹ ਕਿਹੜੇ ਵਿਸ਼ੇ ਤੇ ਕਿਹੜੇ ਸਬਜੈਕਟ ਤੇ ਲਿਖ ਕੇ ਲਿਆਏ ਹੋ? ਕਿਤਕ ਬੈਂਤ ਨੰਦ ਲਾਲ ਸੁਣਾਈ, ਤਾਂ ਭਾਈ ਨੰਦ ਲਾਲ ਜੀ ਨੇ ਆਪਣੀਆਂ ਕੁਝ ਬੈਂਤਾਂ, ਆਪਣੀਆਂ ਕੁਝ ਗਜ਼ਲਾਂ ਸੁਣਾਈਆਂ। ਪਹਿਲੀ ਗਜ਼ਲ ਹੈ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨ ਜੋ ਕੇ ਚੁਨੀ ਆਮਦਨ ਨਬੂਦ ਮਰਾ। ਹੇ ਕਲਗੀਧਰ ਪਾਤਸ਼ਾਹ, ਆਪ ਜੀ ਦੀ ਬੰਦਗੀ ਕਰਨ ਵਾਸਤੇ, ਆਪ ਜੀ ਦੀ ਭਗਤੀ ਕਰਨ ਵਾਸਤੇ ਮੇਰਾ ਇਹ ਵਜੂਦ ਬਣਿਆ ਹੈ। ਮੈਂ ਇਸ ਸਰੀਰ ਵਿੱਚ ਆਇਆ ਹਾਂ। ਜੇ ਮਹਾਰਾਜ ਆਪ ਜੀ ਦੀ ਭਗਤੀ, ਆਪ ਜੀ ਦੀ ਬੰਦਗੀ ਨਾ ਕਰਨੀ ਹੁੰਦੀ ਤਾਂ ਮੈਨੂੰ ਇਸ ਸੰਸਾਰ ਵਿੱਚ ਆਉਣ ਦੀ ਕੀ ਲੋੜ ਸੀ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਜੀ ਦੇ ਸਾਹਮਣੇ ਆਪਣੀਆਂ ਗਜ਼ਲਾਂ ਸੁਣਾਈਆਂ ਨੇ। ਕਰੇ ਮਾਇਨੇ ਨੀਕ ਬਣਾਈ, ਔਰ ਉਹਦੇ ਮਾਇਨੇ ਵੀ, ਅਰਥ ਵੀ ਬੜੇ ਸੋਹਣੇ ਢੰਗ ਨਾਲ ਕੀਤੇ ਹਨ, ਕਿਉਂਕਿ ਸਤਿਗੁਰੂ ਵੀ ਪਰਸ਼ੀਅਨ ਭਾਸ਼ਾ ਦੇ ਬੜੇ ਵੱਡੇ ਵਿਦਵਾਨ ਸਨ। ਭਾਈ ਨੰਦ ਲਾਲ ਜੀ ਨੇ ਫਾਰਸੀ ਵਿੱਚ ਗਜ਼ਲਾਂ, ਰੁਬਾਈਆਂ ਤੇ ਹੋਰ ਬੜੇ ਢੰਗ ਦੇ ਸੁੰਦਰ ਛੰਦ ਲਿਖੇ ਨੇ। ਤੇ ਕਲਗੀਧਰ ਪਾਤਸ਼ਾਹ ਨੇ ਬੈਂਤਾਂ ਦੇ ਵਿੱਚ ਜਫਰਨਾਮਾ ਲਿਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ ਕਰ ਹਾਕੁਨ ਰਹੀਮ। ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਲਿਖ ਕੇ ਫਿਰ ਔਰੰਗਜ਼ੇਬ ਨੂੰ ਚਮਕੌਰ ਦੇ ਜੰਗ ਦੀ ਹਾਲਾਤ ਲਿਖ ਕੇ ਭੇਜੀ ਹੈ। ਬਾ ਕਮਾਲ ਦੀ ਰਚਨਾ ਹੈ। ਇਹ ਵੀ ਸਾਧ ਸੰਗਤ ਜੀ ਈਰਾਨ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਾਈ ਜਾਂਦੀ ਹੈ। ਸਤਿਗੁਰੂ 10ਵੇਂ ਪਾਤਸ਼ਾਹ ਦਾ ਜਫਰਨਾਮਾ ਤੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, ਇਹ ਪਰਸ਼ੀਅਨ ਭਾਸ਼ਾ ਵਿੱਚ ਸਿੱਖ ਲਿਟਰੇਚਰ ਦਾ ਇੱਕ ਬਹੁਤ ਵੱਡਾ ਅੰਗ ਹੈ, ਜਿਸ ਨੂੰ ਅੱਜ ਦੇ ਨਵੇਂ ਜ਼ਮਾਨੇ ਦੇ ਸਿੱਖ ਪੜ੍ਹਦੋਂ ਅਵੇਸਲੇ ਹੁੰਦੇ ਜਾ ਰਹੇ ਨੇ। ਕਿਉਂਕਿ ਸਾਡੇ ਦੇਸ਼ ਵਿੱਚ, ਸਾਡੇ ਸਮਾਜ ਵਿੱਚ ਫਾਰਸੀ ਭਾਸ਼ਾ ਦਾ ਪ੍ਰਚਲਨ ਖਤਮ ਹੁੰਦਾ ਜਾ ਰਿਹਾ ਹੈ, ਖਤਮ ਹੋ ਚੁੱਕਾ ਹੈ ਇੱਕ ਤਰ੍ਹਾਂ ਨਾਲ। ਕੋਈ 2-4 ਉਂਗਲੀਆਂ 'ਤੇ ਗਿਣੇ ਹੋਏ ਵਿਦਵਾਨ ਹੀ ਹਨ ਜਿਹੜੇ ਫਾਰਸੀ ਭਾਸ਼ਾ 'ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ 'ਤੇ ਜਾਂ ਜਫਰਨਾਮੇ 'ਤੇ ਕੰਮ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਡਾਕਟਰ ਭੁਪਿੰਦਰਪਾਲ ਸਿੰਘ ਜੀ ਪਟਿਆਲਾ ਨੇ ਜਫਰਨਾਮੇ ਉੱਤੇ PhD ਕੀਤੀ ਹੈ। ਗਿਆਨੀ ਗੁਰਿੰਦਰ ਸਿੰਘ ਜੀ ਨੰਗਲੀ ਨੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਟੀਕੇ ਲਿਖੇ ਨੇ। ਇਸ ਤਰ੍ਹਾਂ ਨੌਜਵਾਨ ਗੁਰਸਿੱਖ ਹੁਣ ਮਹਾਰਾਜ ਦੇ ਪੰਥ ਵਿੱਚ ਪ੍ਰਗਟ ਹੋ ਰਹੇ ਨੇ, ਪਰ ਇਹ ਵਿਦਿਆ ਜਿਹੜੀ ਹੈ ਜ਼ਿਆਦਾਤਰ ਅਲੋਪ ਹੋ ਚੁੱਕੀ ਹੈ। ਸੋ ਇਹ ਬਾਣੀ ਗੁਰੂ ਕੇ ਸਿੱਖਾਂ ਨੂੰ ਪੜ੍ਹਨੀ ਚਾਹੀਦੀ ਹੈ। ਭਾਈ ਨੰਦ ਲਾਲ ਜੀ ਸੁਣਾ ਰਹੇ ਨੇ, ਕਲਗੀਧਰ ਜੀ ਸੁਣ ਰਹੇ ਨੇ। ਕਰਿਓ ਬੰਦਗੀ ਨਾਮਾ ਮੋਹੇ, ਤੇ ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਜੀ, ਤੁਹਾਡੇ ਗ੍ਰੰਥ ਦਾ, ਪੋਥੀ ਦਾ ਤੁਸੀਂ ਨਾਂ ਕੀ ਰੱਖਿਆ ਹੈ? ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਮੇਰੀ ਗਰੀਬ ਦੀ ਆਪ ਦੇ ਚਰਨਾਂ 'ਚ ਬੰਦਗੀ ਹੈ। ਬੰਦਗੀ ਦਾ ਮਤਲਬ ਨਮਸਕਾਰ ਵੀ ਹੁੰਦਾ। ਬੰਦਗੀ ਦਾ ਮਤਲਬ ਭੇਟਾ ਦੇ ਕੇ, ਸਿਰ ਝੁਕਾ ਕੇ ਸਮਰਪਣ ਕਰਨਾ ਵੀ ਹੁੰਦਾ, ਭਗਤੀ ਕਰਨਾ ਵੀ ਹੁੰਦਾ। ਮਹਾਰਾਜ ਇਹ ਮੇਰਾ ਬੰਦਗੀ ਨਾਮਾ ਹੈ ਹਜੂਰ ਦੇ ਚਰਨਾਂ ਵਿੱਚ। ਮਹਿਮਾ ਗਿਰਤੇ ਕਣ ਸਮ ਹੋਏ, ਮਹਾਰਾਜ ਆਪ ਜੀ ਦੀ ਮਹਿਮਾ ਪਹਾੜ ਵਰਗੀ ਹੈ ਤੇ ਮੈਂ ਕਿਣਕਾ ਮਾਤਰੀ ਆਪ ਜੀ ਦੀ ਮਹਿਮਾ ਕਰ ਸਕਿਆ ਹਾਂ। ਦੀਨੋ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਕਹਿੰਦੇ ਮਹਾਰਾਜ ਦੀਨ ਤੇ ਦੁਨੀਆ ਤੁਹਾਡੀ ਜ਼ੁਲਫ 'ਚ ਬੰਨੇ ਹੋਏ ਹਨ। ਤੁਹਾਡੇ ਇੱਕ ਰੋਮ ਦਾ ਮੁੱਲ ਦੋਵੇਂ ਜਹਾਨ ਵੀ ਨਹੀਂ ਤਾਰ ਸਕਦੇ। ਐਸੇ ਸੁੰਦਰ ਸਰੂਪ ਮਹਾਰਾਜ, ਪਰੀਆਂ ਵਰਗੇ ਸੋਹਣੇ ਮੁਖੜੇ ਵਾਲੇ ਤੁਸੀਂ ਸੁੰਦਰ ਸਰੂਪ ਹੋ।
ਐਸੀ ਭਾਈ ਨੰਦ ਲਾਲ ਜੀ ਨੇ ਗੁਰੂ ਦੀ ਮਹਿਮਾ ਲਿਖੀ ਹੈ। ਅਹ ਜਥਾ ਮਤ ਤਥਾ ਬਣਾਈ। ਜਿੰਨੀ ਕੁ ਮੇਰੀ ਮੱਤ ਹੈ ਮੈਂ ਉਨੀ ਕੁ ਆਪ ਜੀ ਦੀ ਸਿਫਤ ਕਰ ਸਕਿਆ। ਮਹਾਰਾਜ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਤੁਹਾਡੇ ਗੁਣ ਤਾਂ ਬਹੁਤ ਹਨ, ਮੈਂ ਤਾਂ ਇੱਕ ਵੀ ਗੁਣ ਬਿਆਨ ਨਹੀਂ ਕਰ ਸਕਿਆ। ਕਰ ਬੇਹਿਤ ਬਾਣੀ ਸਫਲਾਈ। ਆਪਣੀ ਬਾਣੀ ਸਫਲ ਕਰਨ ਵਾਸਤੇ, ਆਪਣੀ ਰਚਨਾ ਨੂੰ ਪਵਿੱਤਰ ਕਰਨ ਵਾਸਤੇ, ਆਪਣੀ ਕਲਮ ਨੂੰ ਪਵਿੱਤਰ ਕਰਨ ਵਾਸਤੇ ਮੈਂ ਆਪ ਜੀ ਦਾ ਜਸ ਲਿਖਿਆ ਹੈ, ਪਰ ਆਪ ਦੇ ਜਸ ਦਾ ਅੰਤ ਨਹੀਂ ਪਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਆਪ ਦੀਆਂ ਸਿਫਤਾਂ ਦਾ ਅੰਤ ਨਹੀਂ ਹੈ ਤੇ ਆਪ ਜੀ ਦੀਆਂ ਸਿਫਤਾਂ ਕਹਿਣ ਵਾਲਿਆਂ ਦਾ ਵੀ ਅੰਤ ਕੋਈ ਨਹੀਂ, ਤੇ ਮਹਾਰਾਜ ਕਹਿਣ ਨਾਲ ਅੰਤ ਆਉਂਦਾ ਵੀ ਕੋਈ ਨਹੀਂ। ਆਪ ਬੇਅੰਤ ਹੋ, ਇਸ ਕਰਕੇ ਮੇਰੀ ਤੁਛ ਭੇਟਾ ਪ੍ਰਵਾਨ ਕਰੋ। ਗੁਣ ਸਮੁੰਦਰ ਕੋ ਲਖੈ ਤੁਮਾਰੇ। ਮਹਾਰਾਜ ਤੁਹਾਡੇ ਗੁਣ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹਨ, ਜਿਵੇਂ ਸਮੁੰਦਰ ਦਾ ਅੰਤ ਕੋਈ ਨਹੀਂ ਪਾ ਸਕਦਾ, ਤੁਹਾਡੇ ਗੁਣਾਂ ਦੀ ਵੀ ਕੋਈ ਥਾਂ ਨਹੀਂ ਪਾ ਸਕਦਾ। ਜਲ ਪ੍ਰਾਂਤ ਲੈ ਕਾਜ ਸੁਧਾਰੇ। ਮਹਾਰਾਜ ਜਿਵੇਂ ਸਮੁੰਦਰ ਦੇ ਪਾਣੀ ਨੂੰ ਨਾਪਿਆ ਤੋਲਿਆ ਤਾਂ ਨਹੀਂ ਜਾ ਸਕਦਾ, ਪਰ ਸਮੁੰਦਰ ਚੋਂ ਪਾਣੀ ਲੈ ਕੇ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਜਾ ਸਕਦੀ ਹੈ। ਸਮੁੰਦਰ ਦੇ ਪਾਣੀ ਦੁਆਰਾ ਦੁਨੀਆ ਦੇ ਕਈ ਕੰਮ ਸੁਧਾਰੇ ਜਾ ਸਕਦੇ ਨੇ, ਪਰ ਸਮੁੰਦਰ ਦੇ ਪਾਣੀ ਦਾ ਅੰਤ ਨਹੀਂ ਪੈ ਸਕਦਾ। ਇਵੇਂ ਆਪ ਜੀ ਦੀ ਕਥਾ ਦਾ ਸਤਿਗੁਰੂ ਜੀ ਅੰਤ ਨਹੀਂ ਪੈ ਸਕਦਾ, ਪਰੰਤੂ ਆਪ ਜੀ ਦੀ ਕਥਾ ਪੜ੍ਹ ਕੇ ਸੁਣ ਕੇ ਆਪ ਜੀ ਦੀ ਮਹਿਮਾ ਕਰਕੇ ਜੀਵਾਤਮਾ ਦਾ ਕਲਿਆਣ ਹੋ ਸਕਦਾ ਹੈ। ਕਰਹਿ ਇਸ਼ਨਾਨ ਆਦ ਮਲ ਹਰੇ। ਸਮੁੰਦਰ ਵਿੱਚ ਇਸ਼ਨਾਨ ਕੀਤਾ ਜਾ ਸਕਦਾ ਹੈ, ਮੈਲ ਦੂਰ ਕੀਤੀ ਜਾ ਸਕਦੀ ਹੈ। ਹਾਂਜੀ, ਲਹਿ ਨ ਪਾਰ ਜਥਾ ਮਤ ਰਰੇ। ਪਰ ਸਮੁੰਦਰ ਦਾ ਪਰਲਾ ਪਾਸਾ, ਸਮੁੰਦਰ ਦੀ ਡੂੰਘਾਈ ਉਚਾਈ ਨਹੀਂ ਨਾਪੀ ਜਾ ਸਕਦੀ। ਇਸੇ ਤਰ੍ਹਾਂ ਆਪ ਜੀ ਦੇ ਗੁਣਾਂ ਦਾ ਮਹਾਰਾਜ ਅੰਤ ਨਹੀਂ ਪਾਇਆ ਜਾ ਸਕਦਾ। ਆਪ ਜੀ ਦੇ ਗੁਣ ਗਾ ਕੇ, ਆਪ ਜੀ ਦਾ ਕੀਰਤਨ ਕਰਕੇ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ, ਮਨ ਦੇ ਵਿਕਾਰ ਧੋਏ ਜਾ ਸਕਦੇ ਹਨ। ਆਪ ਜੀ ਦਾ ਕੀਰਤਨ ਕਰਕੇ ਮਨ ਦੀ ਭਟਕਣਾ ਮਿਟਾਈ ਜਾ ਸਕਦੀ ਹੈ, ਪਰ ਮਹਾਰਾਜ ਆਪ ਜੀ ਦੇ ਗੁਣਾਂ ਦਾ, ਆਪ ਜੀ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦੀਨ ਬੰਧ ਨਿਜ ਬਿਰਦ ਸੰਭਾਰਹੁ। ਹੇ ਦੀਨਾ ਬੰਧੂ, ਹੇ ਦੀਨ ਦਿਆਲ, ਆਪਣੇ ਬਿਰਦ ਦੀ ਲਾਜ ਰੱਖੋ। ਮਾੜੇ ਆ, ਚੰਗੇ ਆ, ਬੁਰੇ ਆ, ਭਲੇ ਆ, ਜਿਹੋ ਜਿਹੇ ਵੀ ਆ ਮਹਾਰਾਜ, ਆਪ ਜੀ ਦੇ ਬੱਚੇ ਆ, ਆਪਣੇ ਬਿਰਧ ਬਾਣੇ ਦੀ ਲਾਜ ਰੱਖ ਲਓ। ਹਮਸੇ ਅਦਮ ਜੀਵ ਕੋ ਤਾਰਹੁ। ਸਾਡੇ ਵਰਗੇ ਨੀਚ ਬੰਦਿਆਂ ਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਲਓ। ਸੁਣ ਸ੍ਰੀ ਸਤਿਗੁਰ ਕਿਰਪਾ ਨਿਧਾਨ। ਕਿਰਪਾ ਨਿਧਾਨ ਸਤਿਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਨੰਦ ਲਾਲ ਜੀ ਦੀ ਇਹ ਨਿਮਰਤਾ ਤੇ ਪ੍ਰੇਮ ਹਲੀਮੀ ਵਾਲੀ ਬੇਨਤੀ ਸੁਣੀ ਹੈ, ਉਹ ਪ੍ਰਸੰਨ ਹੋਵੇ ਕਰਤ ਬਖਾਨ। ਮਹਾਰਾਜ ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਬੋਲੇ ਹਨ। ਰਚਿਓ ਬੰਦਗੀ ਨਾਮਾ ਜੋਏ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ, ਜੋ ਤੁਸੀਂ ਆਪਣਾ ਗ੍ਰੰਥ ਰਚਿਆ ਹੈ, ਜਿਹਦਾ ਨਾਂ ਤੁਸੀਂ ਬੰਦਗੀ ਨਾਮਾ ਰੱਖਦੇ ਹੋ, ਇਹ ਜ਼ਿੰਦਗੀ ਨਾਮਾ ਸੋਏ। ਅਸਲ ਵਿੱਚ ਅਸੀਂ ਇਹਦਾ ਨਾਮ ਜ਼ਿੰਦਗੀ ਨਾਮਾ ਰੱਖਦੇ ਹਾਂ। ਤੁਸੀਂ ਇਹਦਾ ਨਾਮ ਰੱਖਿਆ ਬੰਦਗੀ ਨਾਮਾ, ਪਰ ਇਹ ਬੰਦਗੀ ਨਾਮਾ ਪੜ੍ਹ ਕੇ ਗੁਰੂ ਕੇ ਪਿਆਰਿਆਂ ਨੂੰ, ਗੁਰੂ ਕੇ ਆਸ਼ਿਕਾਂ ਨੂੰ, ਗੁਰੂ ਦੇ ਪ੍ਰੇਮੀਆਂ ਨੂੰ ਸੱਚੀ ਜ਼ਿੰਦਗੀ ਪ੍ਰਾਪਤ ਹੋਵੇਗੀ, ਆਤਮਿਕ ਜ਼ਿੰਦਗੀ ਪ੍ਰਾਪਤ ਹੋਵੇਗੀ, ਅਸਲ ਜ਼ਿੰਦਗੀ, ਰੂਹਾਨੀ ਜ਼ਿੰਦਗੀ ਪ੍ਰਾਪਤ ਹੋਵੇਗੀ। ਇਸ ਕਰਕੇ ਬੰਦਗੀ ਨਾਮਾ ਤੁਹਾਡਾ ਸਾਡੀ ਨਿਗਾਹ ਵਿੱਚ ਜ਼ਿੰਦਗੀ ਨਾਮਾ ਹੈ। ਕਰਿਓ ਸਰਾਹਨ ਨੀਕੇ ਬਨਿਓ। ਮਹਾਰਾਜ ਨੇ ਇਹਦੀ ਜ਼ਿੰਦਗੀ ਨਾਮੇ ਦੀ ਬੜੀ ਤਾਰੀਫ ਕੀਤੀ ਹੈ। ਮਹਾਰਾਜ ਕਹਿੰਦੇ ਬਹੁਤ ਵਧੀਆ ਭਾਈ ਨੰਦ ਲਾਲ ਜੀ, ਤੁਸੀਂ ਜੋ ਰਚਨਾ ਰਚੀ ਹੈ ਬਾ ਕਮਾਲ ਹੈ। ਐਸੀ ਗੁਰੂ ਨਾਲ ਪ੍ਰੀਤ ਹੋ ਜਾਵੇਗੀ ਗੁਰੂ ਕੇ ਸਿੱਖਾਂ ਦੀ ਪੜ੍ਹ ਕੇ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਜਾਣਗੇ। ਪਠਤ ਸੁਨਤ ਹਿਤਦਾਇਕ ਭਨਿਓ। ਇਹ ਪੜਨ ਸੁਣਨ ਵਾਲਿਆਂ ਦਾ ਭਲਾ ਕਰੇਗੀ ਬਾਣੀ। ਜਿਹੜੀ ਤੁਹਾਡੀ ਬਾਣੀ ਹੈ ਇਹ ਗੁਰੂ ਕੇ ਸਿੱਖ ਬੜੀ ਸ਼ਰਧਾ ਨਾਲ ਪੜ੍ਹਿਆ ਕਰਨਗੇ। ਜਿਵੇਂ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਭਾਈ ਨੰਦ ਲਾਲ ਜੀ ਦੀ, ਭਾਈ ਗੁਰਦਾਸ ਜੀ ਦੀ ਬਾਣੀ ਹੈ, ਇਸੇ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਦੀ 10ਵੇਂ ਪਾਤਸ਼ਾਹ ਦੀ ਬਾਣੀ ਦੀ ਕੁੰਜੀ ਭਾਈ ਨੰਦ ਲਾਲ ਜੀ ਦੀ ਬਾਣੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਦਾ ਵੀ ਕੀਰਤਨ ਗੁਰੂ ਕੀ ਬਾਣੀ ਦੇ ਨਾਲ ਹੁੰਦਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ,
ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਵੀ ਕੀਰਤਨ ਗੁਰਬਾਣੀ ਦੇ ਨਾਲ ਹਰਿਮੰਦਰ ਸਾਹਿਬ ਵਿੱਚ ਕਰਨ ਦਾ ਵਿਧਾਨ ਹੈ। ਸੋ ਇਹ ਮਹਾਰਾਜ ਬਚਨ ਵਰ ਦੇ ਰਹੇ ਨੇ, ਜਿਹੜਾ ਪੜ੍ਹੇਗਾ ਸੁਣੇਗਾ ਉਹਦਾ ਭਲਾ ਹੋਵੇਗਾ, ਤੁਹਾਡੀ ਬਾਣੀ ਵੀ ਗੁਰੂ ਘਰ ਚ ਪ੍ਰਵਾਨ ਹੋਵੇਗੀ। ਮੀਰ ਦਰੋਗਾ ਸੈਯਦ ਸਾਹਿਬ। ਉਹ ਸੈਯਦ ਸਾਹਿਬ ਜਿਹੜਾ ਨਾਲ ਆਇਆ ਸੀ, ਬੜਾ ਅਮੀਰ ਦਰੋਗਾ ਦਿੱਲੀ ਦਾ, ਬਹੁਤ ਮਾਇਆਧਾਰੀ ਬੰਦਾ ਸੀ, ਪਰ ਹੈ ਰੱਬ ਦਾ ਪ੍ਰੇਮੀ ਸੀ। ਰੱਬ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਧਨ ਪਦਾਰਥ ਦੇ ਖੁੱਲ੍ਹੇ ਗੱਫੇ ਦਿੱਤੇ ਹੋਏ ਸਨ, ਵੱਡਾ ਅਫਸਰ ਸੀ, ਪਰ ਉਹ ਸਭ ਨੌਕਰੀਆਂ ਛੱਡ ਕੇ, ਮਾਇਆ ਦੇ ਜੰਜਾਲ ਛੱਡ ਕੇ, ਆਪਣੀਆਂ ਸੰਸਾਰੀ ਪਦਵੀਆਂ ਛੱਡ ਕੇ ਗੁਰੂ ਦੀ ਸ਼ਰਨ ਆ ਗਿਆ ਸੀ। ਹਾਂਜੀ, ਨੰਦ ਲਾਲ ਕੋ ਸਿੱਖ ਅਜਾਇਬ। ਉਹ ਭਾਈ ਨੰਦ ਲਾਲ ਜੀ ਦਾ ਸਿੱਖ ਸੀ। ਭਾਈ ਨੰਦ ਲਾਲ ਜੀ ਤੋਂ ਉਸ ਨੂੰ ਸਿੱਖਿਆ ਪ੍ਰਾਪਤ ਹੋਈ ਸੀ। 1500 ਮੋਹਰ ਧਰ ਆਗੇ। ਉਹਨੇ 1500 ਸੋਨੇ ਦੀ ਮੋਹਰ 10ਵੇਂ ਪਾਤਸ਼ਾਹ ਦੇ ਅੱਗੇ ਰੱਖੀ ਹੈ ਧਰ ਕੀ ਚਰਨੀ ਲਾਗੇ, ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। 1500 ਮੋਹਰ ਸੋਨੇ ਦੀ ਸਾਧ ਸੰਗਤ ਜੀ, ਅੱਜ ਕੱਲ੍ਹ ਦਾ ਲੱਖਾਂ ਕਰੋੜਾਂ ਰੁਪਈਆ ਬਣ ਜਾਂਦਾ ਹੈ। ਉਹਨੇ ਇੰਨੀ ਮਾਇਆ ਗੁਰੂ ਦੇ ਚਰਨਾਂ 'ਚ ਚੜ੍ਹਾ ਕੇ ਨਮਸਕਾਰ ਕੀਤੀ ਹੈ। ਤੇ ਨਾਲ ਗੁਰੂ ਦੀ ਬਾਣੀ ਦਾ ਜਾਪ ਕਰਕੇ ਅੰਮ੍ਰਿਤ ਪੀਂਦੇ ਹਨ, ਤੇ ਗੁਰੂ ਕੇ ਦਰਸ਼ਨਾਂ ਦਾ ਅੰਮ੍ਰਿਤ ਨੇਤਰਾਂ ਨਾਲ ਪੀਤਾ ਜਾਂਦਾ ਹੈ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਭਾਈ ਨੰਦ ਲਾਲ ਦੇ ਨਾਲ ਆਇਆ ਹੋਇਆ ਦਰੋਗਾ 10ਵੇਂ ਪਾਤਸ਼ਾਹ ਦੇ ਦਰਸ਼ਨ ਅੰਮ੍ਰਿਤ ਪੀ ਰਿਹਾ ਹੈ, ਦਰਸ਼ਨਾਂ ਦਾ ਰਸ ਲੈ ਰਿਹਾ ਹੈ। ਲੋਚਨ ਡੋਨੇ ਕਰ ਥਿਰ ਥੀਵਤ। ਆਪਣੀਆਂ ਅੱਖਾਂ ਦੇ ਡੋਨੇ ਬਣਾ ਲਏ ਨੇ ਤੇ ਗੁਰੂ ਸਾਹਿਬ ਵੱਲ ਇੱਕ ਟੱਕ ਲਾ ਕੇ ਝਾਕ ਰਿਹਾ ਹੈ, ਦਰਸ਼ਨ ਕਰ ਰਿਹਾ ਹੈ। ਬਾਰ-ਬਾਰ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਰੋਮ ਰੋਮ ਖਿੜ ਗਿਆ ਹੈ। ਭਇਓ ਮਗਨ ਮਨ ਦੇਖਤ ਰਹਿਓ। ਮਹਾਰਾਜ ਦੇ ਦਰਸ਼ਨ ਕਰਦਾ ਮਗਨ ਹੋ ਗਿਆ ਹੈ। ਲਖਿਓ ਕਿ ਤਨ ਖੁਦਾਏ ਮੈਂ ਲਹਿਓ। ਅੱਜ ਉਹਨੂੰ ਇੰਝ ਲੱਗਾ ਹੈ ਕਿ ਮੈਂ ਖੁਦਾ ਦਾ ਰੂਪ ਵੇਖ ਲਿਆ ਹੈ। ਮੇਰੇ ਸਾਹਮਣੇ ਜਿਹੜੀ ਮੂਰਤ ਬੈਠੀ ਹੈ, ਇਹ ਕਲਗੀਧਰ ਪਾਤਸ਼ਾਹ ਖੁਦਾ ਦਾ ਹੀ ਰੂਪ ਹਨ। ਇਹਨਾਂ ਵਿੱਚ ਤੇ ਉਸ ਰੱਬ ਵਿੱਚ ਕੋਈ ਫਰਕ ਨਹੀਂ ਹੈ। ਦਸ਼ਾ ਦੇਖ ਕਰ ਪਰਮ ਕਿਰਪਾਲ। ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਰੋਗੇ ਦੀ ਜਦੋਂ ਇਹ ਦਸ਼ਾ ਵੇਖੀ ਹੈ, ਬੋਲੇ ਮੁਸਕਾਵਤ ਤਿਸ ਕਾਲ। ਤੇ ਮਹਾਰਾਜ ਮੁਸਕਰਾ ਕੇ ਦਰੋਗੇ ਨੂੰ ਬੋਲੇ ਹਨ, ਬੈਠੋ ਨਿਕਟ ਕਹੋ ਨਿਜ ਬਾਤੀ। ਮਹਾਰਾਜ ਕਹਿੰਦੇ, ਦਰੋਗਾ ਜੀ ਆ ਸਾਡੇ ਕੋਲ ਬਹਿ ਜਾਓ ਤੇ ਆਪਣੀ ਮਨ ਦੀ ਬਿਰਥਾ ਜੋ ਵੀ ਹੈ ਉਹ ਦੱਸੋ, ਕਿਉਂਕਿ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਮਨ ਦੀ ਜਿਹੜੀ ਵੀ ਬੇਦਨ ਹੋਵੇ ਉਹ ਆਪਣੇ ਗੁਰੂ ਕੋਲ ਦੱਸਣੀ ਚਾਹੀਦੀ ਹੈ। ਕਿਸ ਕੋ ਤੂੰ ਮੁਰੀਦ ਬਖਿਆਤੀ। ਤੂੰ ਕਿਹਦਾ ਮੁਰੀਦ ਹੈ, ਕਿਸ ਗੁਰੂ ਤੋਂ ਸਿੱਖਿਆ ਲਈ ਹੈ, ਕਿਸ ਗੁਰੂ ਨੇ ਤੈਨੂੰ ਦੀਕਸ਼ਿਤ ਕੀਤਾ ਹੈ, ਕਿਸ ਮੁਰਸ਼ਿਦ ਕੇ ਹੈ ਅਨੁਸਾਰੀ। ਤੁਹਾਡਾ ਮੁਰਸ਼ਿਦ ਕੌਣ ਹੈ, ਤੁਹਾਡਾ ਗੁਰੂ ਕੌਣ ਹੈ, ਕਿਹਦੀ ਤਾਬਿਆ ਵਿੱਚ ਰਹਿ ਕੇ ਇਹ ਰੱਬੀ ਗਿਆਨ ਪ੍ਰਾਪਤ ਕੀਤਾ ਹੈ। ਇਹ ਪ੍ਰੇਮ ਦਾ ਰੰਗ, ਇਹ ਪ੍ਰਭੂ ਪਿਆਰ ਦੀ ਮਸਤੀ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ ਹੈ। ਜਿਸ ਤੇ ਚਾਹਤ ਭਲੋ ਅਗਾਰੀ। ਅੱਗੇ ਵੀ ਤੁਸੀਂ ਆਪਣਾ ਭਲਾ ਚਾਹੁੰਦੇ ਹੋ, ਲੋਕ ਸਵਾਰਨਾ ਚਾਹੁੰਦੇ ਹੋ, ਪਰਲੋਕ ਸਵਾਰਨਾ ਚਾਹੁੰਦੇ ਹੋ, ਤਾਂ ਹੀ ਇੰਨੀ ਦੂਰ ਆਏ ਹੋ। ਕਿਉਂਕਿ ਸਾਧ ਸੰਗਤ ਜੀ, ਸਬਜ਼ੀ ਦਾ ਗਾਹਕ ਸਬਜ਼ੀ ਮੰਡੀ ਵਿੱਚ ਜਾਂਦਾ ਹੈ, ਹੀਰਿਆਂ ਦਾ ਗਾਹਕ ਜੌਹਰੀਆਂ ਦੀ ਦੁਕਾਨ ਤੇ ਜਾਂਦਾ ਹੈ। ਜੈਸੀ ਜੈਸੀ ਭੁੱਖ ਹੋਵੇ ਵੈਸੀ ਵੈਸੀ ਉਹ ਭੋਜਨ ਦੀ ਭਾਲ ਕਰਦਾ ਹੈ। ਪਿਆਸਾ ਖੂਹ ਕੋਲ ਜਾਂਦਾ ਹੈ। ਗੁਰੂ ਘਰ ਤੂੰ ਆਇਆ ਹੈ, ਕੋਈ ਤਾਂ ਪਿਆਸ ਮਨ ਵਿੱਚ ਲੈ ਕੇ ਆਇਆ ਹੈ। ਇਹ ਜਿਹੜੀ ਤੈਨੂੰ ਪਿਆਸ ਲੱਗੀ ਹੈ, ਜਿਹੜੀ ਤੈਨੂੰ ਸਾਡੇ ਦਰਸ਼ਨਾਂ ਦੀ ਇੱਛਾ ਹੋਈ ਹੈ, ਜੋ ਤੈਨੂੰ ਸਾਡੇ ਚਰਨਾਂ ਨਾਲ ਪ੍ਰੇਮ ਹੋਇਆ ਹੈ, ਇਹ ਕਿਹੜੇ ਗੁਰਸਿੱਖ ਤੋਂ, ਕਿਹੜੇ ਮਹਾਂਪੁਰਸ਼ ਤੋਂ, ਕਿਸੇ ਸੰਤ ਭਗਤ ਤੋਂ ਲੱਗਾ ਹੈ। ਸੁਣ ਸੈਯਦ ਬੋਲਿਓ ਤਿਸ ਬੇਰਾ। ਇਹ ਸੁਣ ਕੇ ਭਾਈ ਨੰਦ ਲਾਲ ਜੀ ਦੇ ਕੋਲ ਬੈਠਾ ਉਹ ਸੈਯਦ ਬੋਲਿਆ, ਨੰਦ ਲਾਲ ਹੈ ਇਹ ਗੁਰ ਮੇਰਾ। ਮਹਾਰਾਜ ਜੀ, ਆ ਮੇਰੇ ਗੁਰੂ ਬੈਠੇ ਨੇ, ਭਾਈ ਨੰਦ ਲਾਲ ਜੀ, ਇਹ ਮੇਰੇ ਮੁਰਸ਼ਿਦ ਨੇ, ਇਹ ਮੇਰੇ ਉਸਤਾਦ ਨੇ। ਇਹਨਾਂ ਨੇ ਮੈਨੂੰ ਤੁਹਾਡਾ ਪ੍ਰੇਮ ਚੜ੍ਹਾਇਆ ਹੈ। ਗੁਰੂ ਦੇ ਪਿਆਰ ਦਾ ਰੰਗ ਮੈਨੂੰ ਲੱਗਾ ਹੈ ਤਾਂ ਇਹਨਾਂ ਦੀ ਸੰਗਤ ਕਰਕੇ
ਪ੍ਰਭੂ ਦੇ ਪਿਆਰ ਦਾ ਜੇ ਰੰਗ ਲੱਗਾ ਹੈ ਤਾਂ ਇਹਨਾਂ ਦੀ ਸੰਗਤ ਕਰਕੇ ਲੱਗਾ ਹੈ। ਸਿੱਖ ਮੈਂ ਬਨਿਓ ਲਿਓ ਉਪਦੇਸ਼, ਮੈਂ ਇਹਨਾਂ ਤੋਂ ਉਪਦੇਸ਼ ਲਿਆ ਹੈ, ਇਹਨਾਂ ਤੋਂ ਸਿੱਖਿਆ ਲਈ ਹੈ, ਇਹਨਾਂ ਨੇ ਮੈਨੂੰ ਪ੍ਰਭੂ ਦੇ ਰਾਹ ਤੇ ਤੋਰਿਆ ਹੈ। ਜਿਸ ਤੇ ਹਤੇ ਕਲੇਸ਼ ਅਸ਼ੇਸ਼, ਜਿਨ੍ਹਾਂ ਕਰਕੇ, ਇਹਨਾਂ ਦੀ ਸੰਗਤ ਕਰਕੇ, ਇਹਨਾਂ ਦੇ ਬਚਨ ਸੁਣਨ ਕਰਕੇ ਮੇਰੇ ਸਾਰੇ ਹੀ ਕਲੇਸ਼ ਮਿਟ ਗਏ ਨੇ, ਮੇਰੇ ਮਨ ਦੀ ਭਟਕਣਾ ਮਿਟ ਗਈ ਹੈ। ਆਲਮ ਸਿੰਘ ਨਚਨਾ ਜਿਸ ਕਹੈ, ਜਦੋਂ ਇਹ ਗੱਲ ਉਸ ਦਰੋਗੇ ਨੇ ਕਹੀ ਤਾਂ ਉਸ ਵੇਲੇ ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਦਾ ਗੜਵਈ ਭਾਈ ਆਲਮ ਸਿੰਘ ਨੱਚਣਾ ਤਾਂ ਕਹਿੰਦੇ ਸੀ, ਕਹਿੰਦੇ ਜੰਗ ਦੇ ਮੈਦਾਨ 'ਚ ਇਹੋ ਜਿਹੇ ਪੈਂਤੜੇ ਪਾਉਂਦਾ ਸੀ, ਗੱਤਕਾ ਖੇਡਦਾ ਇਹੋ ਜਿਹੇ ਪੈਂਤੜੇ ਭਰਦਾ ਸੀ ਕਿ ਇਹ ਮਹਾਰਾਜ ਕਹਿੰਦੇ ਤੇ ਨੱਚ ਰਿਹਾ ਹੈ, ਜਿਵੇਂ ਨੱਚਣ ਵਾਲੇ ਦਾ ਪੈਰ ਜ਼ਮੀਨ ਤੇ ਨਹੀਂ ਲੱਗਦਾ, ਇਸ ਤਰ੍ਹਾਂ ਇਹ ਪੈਂਤੜਾ ਕਰਿਆ ਕਰਦਾ ਸੀ। ਮਹਾਰਾਜ ਦਾ ਗੜਵਈ ਸੀ, ਮਹਾਰਾਜ ਨੂੰ 2 ਟਾਈਮ ਪ੍ਰਸ਼ਾਦਾ ਛਕਾਉਣਾ, ਇਸ਼ਨਾਨ ਕਰਾਉਣਾ, ਮਹਾਰਾਜ ਦੇ ਬਸਤਰਾਂ ਦੀ ਸੇਵਾ ਕਰਨੀ, ਬੰਦੂਕ ਲੈ ਕੇ ਹਰ ਵੇਲੇ ਪਹਿਰੇ ਦੇ ਤਿਆਰ ਰਹਿਣਾ ਮਹਾਰਾਜ ਦੇ ਕੋਲ। ਜਿਹੜੇ 25 ਸੂਰਬੀਰ ਯੋਧੇ ਬੜੇ ਬੜੇ ਕਮਾਂਡੋ ਤਿਆਰ ਕੀਤੇ ਹੋਏ ਸਨ, ਉਹਨਾਂ ਵਿੱਚ ਭਾਈ ਆਲਮ ਸਿੰਘ ਸ਼੍ਰੋਮਣੀ ਸੀਗਾ। ਆਲਮ ਸਿੰਘ ਜਿਹੜਾ ਨੱਚਣਾ ਸੀ, ਤਬੈ ਸਮੀਪ ਗੁਰੂ ਕੇ ਅਹੈ, ਉਸ ਵੇਲੇ ਗੁਰੂ ਸਾਹਿਬ ਦੇ ਕੋਲ ਖੜਾ ਸੀ। ਜਦੋਂ ਇਹ ਦਰੋਗੇ ਨੇ ਆਖਿਆ ਕਿ ਨੰਦ ਲਾਲ ਮੇਰਾ ਗੁਰੂ ਹੈ, ਇਸ ਨੰਦ ਲਾਲ ਤੋਂ ਹੀ ਮੈਨੂੰ ਸਿੱਖਿਆ ਮਿਲੀ ਹੈ। ਸੁਨ ਕਰ ਤਰਕ ਕਰਤ ਸੋ ਬੋਲਾ, ਭਾਈ ਆਲਮ ਸਿੰਘ ਨੇ ਜਦੋਂ ਭਾਈ ਉਹ ਜਿਹੜਾ ਦਰੋਗਾ ਸੀ, ਉਹ ਦਰੋਗੇ ਦੀ ਗੱਲ ਸੁਣੀ। ਦਰੋਗਾ ਕਹਿ ਰਿਹਾ ਸੀ ਕਿ ਨੰਦ ਲਾਲ ਹੀ ਮੇਰਾ ਗੁਰੂ ਹੈ, ਇਹਦੇ ਤੋਂ ਹੀ ਮੈਨੂੰ ਰੰਗ ਲੱਗਾ ਹੈ। ਭਾਈ ਆਲਮ ਸਿੰਘ ਉਸ ਦਰੋਗੇ ਦੀ ਗੱਲ ਤੇ ਤਰਕ ਕਰਦਿਆਂ ਹੋਇਆਂ ਇਉਂ ਬੋਲਿਆ, ਐਸੋ ਬਾਕ ਨਾ ਕਹੀਐ ਹੌਲਾ, ਕਹਿਣ ਲੱਗਾ ਦਰੋਗਾ ਜੀ ਇਦਾਂ ਦਾ ਹੌਲਾ ਬਚਨ ਨਹੀਂ ਕਰੀਦਾ ਹੁੰਦਾ। ਤੀਨ ਲੋਕ ਪਤ ਗੁਰ ਵਿਦਮਾਨੋ, ਤਿੰਨਾਂ ਲੋਕਾਂ ਦੇ ਮਾਲਕ, ਗੁਰੂਆਂ ਦੇ ਗੁਰੂ, ਅਵਤਾਰਾਂ ਦੇ ਅਵਤਾਰ ਸ੍ਰੀ ਕਲਗੀਧਰ ਜੀ ਸਾਹਮਣੇ ਬੈਠੇ ਹਨ। ਸਿੱਖਿਆਨ ਕੋ ਤੁਮ ਗੁਰੂ ਬਖਾਨੋ, ਤੁਸੀਂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਹੀ ਇਹਨਾਂ ਸਿੱਖਾਂ ਨੂੰ ਗੁਰੂ ਕਹਿ ਰਹੇ ਹੋ, ਨੰਦ ਲਾਲ ਨੂੰ ਗੁਰੂ ਕਹਿ ਰਹੇ ਹੋ। ਗੁਰੂ ਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਹਨ। ਕਹਿਣ ਹਜੂਰ ਨਾ ਇਹੋ ਅਧਿਕਾਰ, ਮਹਾਰਾਜ ਦੀ ਹਜ਼ੂਰੀ ਵਿੱਚ ਤਾਂ ਘੱਟੋ ਘੱਟ ਇਹਨਾਂ ਨੂੰ ਗੁਰੂ ਨਾ ਆਖੋ। ਮਹਾਰਾਜ ਦੀ ਹਜ਼ੂਰੀ ਵਿੱਚ ਤੁਸੀਂ ਇਹਨਾਂ ਨੂੰ ਗੁਰੂ ਬਣਾ ਰਹੇ ਹੋ, ਇਹ ਤਾਂ ਆਪ ਗੁਰੂ ਦੇ ਸਿੱਖ ਹਨ। ਉਚਰਨ ਕੀ ਜੈ ਹਿਰਦੈ ਵਿਚਾਰਾ, ਹਾਂ ਕਹਿੰਦੇ ਵਿਚਾਰ ਕੇ ਗੱਲ ਕਰੋ, ਮਨ ਵਿੱਚ ਸੋਚੋ ਵੀ ਗੁਰੂ ਤਾਂ ਕਲਗੀਧਰ ਪਾਤਸ਼ਾਹ ਹਨ, ਤੁਸੀਂ ਨੰਦ ਲਾਲ ਨੂੰ ਗੁਰੂ ਕਹਿ ਦਿੱਤਾ ਹੈ। ਸੁਨ ਸੈਯਦ ਤੂਸ਼ਨ ਹੋਏ ਰਹਿਓ, ਭਾਈ ਆਲਮ ਸਿੰਘ ਦੀ ਇਹ ਗੱਲ ਸੁਣ ਕੇ ਉਹ ਵਿਚਾਰਾ ਸ਼ਹੀਦ ਤਾਂ ਚੁੱਪ ਹੀ ਕਰ ਗਿਆ। ਸ੍ਰੀ ਸਤਿਗੁਰ ਤਿਸ ਕੋ ਮਨ ਲਹਿਓ, ਤੇ ਮਹਾਰਾਜ ਸੱਚੇ ਪਾਤਸ਼ਾਹ ਦਰੋਗੇ ਦਾ ਮਨ ਸਮਝ ਗਏ ਵੀ ਦਰੋਗੇ ਦੇ ਮਨ ਵਿੱਚ ਵਲ ਛਲ ਕੋਈ ਨਹੀਂ ਹੈ। ਕਈ ਵਾਰੀ ਸਾਧ ਸੰਗਤ ਜੀ ਅਸੀਂ ਆਪਣੀ ਜਗ੍ਹਾ ਤੇ ਠੀਕ ਹੁੰਦੇ ਆ, ਪਰ ਦੂਜਾ ਵੀ ਆਪਣੀ ਜਗ੍ਹਾ ਤੇ ਠੀਕ ਹੁੰਦਾ ਹੈ। ਇਹ ਨਹੀਂ ਹੁੰਦਾ ਵੀ ਮੈਂ ਜਿਹੜੇ ਰਿਵਿਊ ਤੋਂ ਸੋਚ ਰਿਹਾ ਹਾਂ, ਜਿਹੜੇ ਨਜ਼ਰੀਏ ਤੋਂ ਮੈਂ ਦੇਖ ਰਿਹਾ ਉਹੀ ਨਜ਼ਰੀਆ ਹੈ, ਨਜ਼ਰੀਆ ਦੂਸਰਾ ਵੀ ਤਾਂ ਹੁੰਦਾ। ਤੇ ਭਾਈ ਆਲਮ ਸਿੰਘ ਜੀ ਆਪਣੇ ਨਜ਼ਰੀਏ ਤੋਂ ਗੱਲ ਕਰ ਰਹੇ ਸਨ ਵੀ ਗੁਰੂ ਸਾਹਿਬ ਤਿੰਨਾਂ ਲੋਕਾਂ ਦੇ ਮਾਲਕ, ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਵਾਲੀ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹਨ। ਉਹਨਾਂ ਦੇ ਹੁੰਦਿਆਂ ਭਾਈ ਨੰਦ ਲਾਲ ਨੂੰ ਗੁਰੂ ਕਹਿ ਰਿਹਾ ਹੈ। ਇਹ ਗੱਲ ਆਪਣੀ ਜਗ੍ਹਾ ਤੇ ਭਾਈ ਆਲਮ ਸਿੰਘ ਦੀ ਦਲੀਲ ਬਹੁਤ ਠੀਕ ਸੀ, ਪਰ ਇਹਦੇ ਨਾਲ ਉਹ ਜਿਹੜਾ ਦਰੋਗਾ ਸੀ ਉਹਦੇ ਮਨ ਦੀ ਹਾਲਤ ਕੀ ਹੋਵੇਗੀ, ਉਹਦੇ ਮਨ ਵਿੱਚ ਕਿੱਦਾਂ ਦਾ ਪ੍ਰੇਮ ਹੈ, ਉਹ ਵਿਚਾਰਾ ਇਹਨਾਂ ਗੱਲਾਂ ਨੂੰ ਜਾਣਦਾ ਵੀ ਹੈ ਕਿ ਨਹੀਂ ਜਾਣਦਾ। ਇਹ ਵਿਚਾਰ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਬੋਲੇ ਨੇ, ਆਲਮ ਸਿੰਘ ਨਾ ਹਟਕ ਪ੍ਰਬੀਨਾ, ਮਹਾਰਾਜ ਕਹਿੰਦੇ ਆਲਮ ਸਿੰਘ ਇਸ ਦਰੋਗੇ ਨੂੰ ਤੂੰ ਨਾ ਕੁਝ ਕਹਿ, ਨਾ ਰੋਕ, ਇਹ ਠੀਕ ਹੈ, ਇਹ ਆਪਣੀ ਜਗ੍ਹਾ ਤੇ ਠੀਕ ਹੈ, ਤੂੰ ਆਪਣੀ ਜਗ੍ਹਾ ਤੇ ਠੀਕ ਹੈ, ਇਹਨੂੰ ਨਾ ਰੋਕ ਤੂੰ। ਨੰਦ ਲਾਲ ਕੋ ਗੁਰਪਦ ਦੀਨਾ, ਅਸੀਂ ਨੰਦ ਲਾਲ ਨੂੰ ਗੁਰੂ ਪਦਵੀ ਦੇ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਇੱਕ ਤਾਂ 10 ਗੁਰੂ ਹਨ, ਪਰਮੇਸ਼ਰ ਦਾ ਅਵਤਾਰ। ਇਹ ਉਹ ਗੁਰੂ ਹਨ ਜਿਹੜੇ ਜਨਮ ਤੋਂ ਹੀ ਗੁਰੂ ਹਨ। ਇਹਨਾਂ ਨੂੰ ਕਿਸੇ ਤੋਂ ਸਿੱਖਿਆ ਨਹੀਂ ਲੈਣੀ ਪਈ, ਕਿਸੇ ਤੋਂ ਮੰਤਰ ਨਹੀਂ ਲੈਣਾ ਪਿਆ, ਕਿਸੇ ਤੋਂ ਗਿਆਨ ਨਹੀਂ ਲੈਣਾ ਪਿਆ। ਇਹਨਾਂ ਨੂੰ ਸਾਡੇ ਤਰ੍ਹਾਂ ਇਸ ਜਨਮ ਵਿੱਚ ਕੋਈ ਸਾਧਨਾ ਨਹੀਂ ਕਰਨੀ ਪਈ। ਪਰ ਇੱਕ ਉਹ ਗੁਰੂ ਹੁੰਦੇ ਹਨ
ਜਿਹੜੇ ਗੁਰੂਆਂ ਤੋਂ ਗਿਆਨ ਲੈ ਕੇ ਸਾਧਨਾ ਕਰਕੇ ਉਹ ਪਰਮ ਪਦਵੀ ਤੇ ਪਹੁੰਚ ਕੇ ਤੇ ਫਿਰ ਅੱਗੇ ਦੁਨੀਆ ਨੂੰ ਵੀ ਉਹ ਪ੍ਰਭੂ ਦੇ ਨਾਲ ਜੋੜ ਦੇਣ। ਆਪ ਜਪੋ ਅਵਰਹਿ ਨਾਮ ਜਪਾਵੋ, ਆਪ ਵੀ ਜਪਣਾ ਤੇ ਦੂਜਿਆਂ ਨੂੰ ਵੀ ਜਪਾਣਾ। ਸੋ ਨੰਦ ਲਾਲ ਨੂੰ ਉਸ ਤਰ੍ਹਾਂ ਦਾ ਗੁਰੂ ਕਿਹਾ ਇੱਥੇ, ਦਸਾਂ ਪਾਤਸ਼ਾਹੀਆਂ ਦੇ ਬਰਾਬਰ ਗੁਰੂ ਨਹੀਂ ਕਿਹਾ। ਉਹ ਤਾਂ ਪਰਮੇਸ਼ਰ ਅਕਾਲ ਪੁਰਖ ਦਾ ਅਵਤਾਰ ਈਸ਼ਵਰ ਕੋਟੀ ਦੇ ਗੁਰੂ ਹਨ। ਤੇ ਮਹਾਰਾਜ ਕਹਿੰਦੇ ਅਸੀਂ ਆਪਣੀ ਕਲਾ ਵਰਤਾ ਕੇ, ਜਿਵੇਂ ਸਾਧ ਸੰਗਤ ਜੀ ਸਮੁੰਦਰ ਵਿੱਚੋਂ ਕੁਝ ਪਾਣੀ ਨਦੀਆਂ ਵਿੱਚ, ਕੁਝ ਨਾਲਿਆਂ ਵਿੱਚ, ਕੁਝ ਸਰੋਵਰਾਂ ਵਿੱਚ, ਕੋਈ ਮਾਨ ਸਰੋਵਰ ਵਿੱਚ ਵੱਖਰੇ ਵੱਖਰੀ ਹਾਲਤ ਵਿੱਚ ਵਿਦਮਾਨ ਹੈ। ਆ ਸਾਰਾ ਸਰੋਵਰ ਉਹਦੇ ਵਿੱਚੋਂ ਸਮੁੰਦਰ 'ਚੋਂ ਹੀ ਰਿਹਾ ਹੈ। ਇਸੇ ਤਰ੍ਹਾਂ ਉਹ ਬ੍ਰਹਮ ਰੂਪੀ ਸਮੁੰਦਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚੋਂ ਕੋਈ ਇੱਕ ਕਟੋਰੀ ਭਰ ਕੇ ਲੈ ਗਿਆ ਅੰਮ੍ਰਿਤ ਦੀ, ਕੋਈ ਬਾਟਾ ਭਰ ਕੇ ਲੈ ਗਿਆ, ਕੋਈ ਘੜਾ ਭਰ ਕੇ ਲੈ ਗਿਆ, ਤੇ ਕਿਸੇ ਨੇ ਆਪਣਾ ਸਰੋਵਰ ਹੀ ਭਰ ਲਿਆ। ਇਹ ਵੱਖਰੀ ਵੱਖਰੀ ਅਵਸਥਾ ਹੈ। ਜਿੰਨਾ ਵੀ ਖਾਲਸਾ ਪੰਥ ਹੈ ਇਹਨਾਂ ਕੋਲ ਗਿਆਨ ਜੋ ਹੈ, ਇਹ ਗਿਆਨ ਕਿਹਦਾ ਹੈ ਭਲਾ? ਇਹ ਗੁਰੂ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੰਦਰ ਦਾ ਹੀ ਅੰਸ਼ ਹੈ। ਇਸ ਕਰਕੇ ਭਾਈ ਨੰਦ ਲਾਲ ਜੀ ਵੀ ਉਸੇ ਤਰ੍ਹਾਂ ਦੇ ਗੁਰੂ ਹਨ ਜਿਨ੍ਹਾਂ ਦੀ ਬਾਣੀ ਪੜ੍ਹ ਕੇ ਸਾਨੂੰ ਗੁਰੂ ਦਾ ਪਤਾ ਲੱਗਦਾ ਹੈ। ਗੁਰੂ ਮੈਨੇ ਜੋ ਗਿਆਨ ਦੇਵੇ, ਜੋ ਪ੍ਰਕਾਸ਼ ਕਰੇ, ਉਹਨੂੰ ਗੁਰੂ ਕਹਿੰਦੇ ਨੇ। ਵਾਹ ਗੂ ਸ਼ਬਦੀ ਸਮਗਮ ਤਮ ਪ੍ਰਕਾਸ਼ ਨਿਰੋਧਕ ਹੈ। ਤਮ ਨਾਮ ਹਨੇਰੇ ਦਾ ਹੈ ਤੇ ਗੂ ਨਾਮ ਹਨੇਰਾ ਤੇ ਰੂ ਨਾਮ ਪ੍ਰਕਾਸ਼। ਕਹਿੰਦੇ ਜਿਹੜਾ ਹਨੇਰੇ ਨੂੰ ਖਾ ਜਾਵੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਆ। ਤਾਂ ਭਾਈ ਨੰਦ ਲਾਲ ਜੀ ਤਾਂ ਸਾਡੇ ਮਨ ਵਿੱਚ ਪ੍ਰਕਾਸ਼ ਕਰਦੇ। ਭਾਈ ਨੰਦ ਲਾਲ ਦੀ ਬਾਣੀ ਵੀ ਸਾਡੇ ਮਨ ਦਾ ਭਰਮ ਦੂਰ ਕਰਦੀ ਹੈ। ਇਸ ਕਰਕੇ ਨੰਦ ਲਾਲ ਕੋ ਗੁਰ ਪਦ ਦੀਨਾ। ਮਹਾਰਾਜ ਕਹਿੰਦੇ ਅਸੀਂ ਨੰਦ ਲਾਲ ਨੂੰ ਗੁਰੂ ਪਦਵੀ ਦੇ ਦਿੱਤੀ ਹੈ। ਮੈਂ ਬਖਸ਼ੀਸ਼ ਕੀਨ ਇਸ ਤਾਈ, ਅਸੀਂ ਇਹਨੂੰ ਬਖਸ਼ਿਸ਼ ਕੀਤੀ ਹੈ। ਜਿਹਦੇ ਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਉਹ ਤਾਂ ਗੁਰੂ ਹੀ ਬਣ ਗਿਆ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਜਿਹੜਾ ਗੁਰੂ ਦਾ ਖਾਲਸਾ ਬਣ ਗਿਆ ਉਹ ਗੁਰੂ ਦਾ ਹੀ ਰੂਪ ਬਣ ਗਿਆ। ਆਏ ਬਨੈ ਸਿੱਖ ਸੋ ਸੁਖ ਪਾਈ। ਜਿਹੜਾ ਵੀ ਨੰਦ ਲਾਲ ਦਾ ਆ ਕੇ ਸਿੱਖ ਬਣੇਗਾ, ਜਿਹੜਾ ਵੀ ਨੰਦ ਲਾਲ ਦੀ ਬਾਣੀ ਪੜ੍ਹੇਗਾ, ਜਿਹੜਾ ਨੰਦ ਲਾਲ ਦੀ ਸੰਗਤ ਕਰੇਗਾ, ਉਹਨੂੰ ਵੀ ਸੁਖ ਦੀ ਪ੍ਰਾਪਤੀ ਹੋਵੇਗੀ, ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ। ਨੰਦ ਲਾਲ ਨੇ ਮੋਹ ਕੋ ਜਾਣਿਓ। ਮਹਾਰਾਜ ਕਹਿੰਦੇ ਭਾਈ ਆਲਮ ਸਿੰਘ ਇਹ ਨੰਦ ਲਾਲ ਨੇ ਗੁਰੂ ਨੂੰ ਪਛਾਣ ਲਿਆ ਹੈ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸਭ ਕੋਏ। ਜਿੰਨਾ ਸੰਸਾਰ ਸਾਰਾ ਹੀ ਗੁਰੂ ਨੂੰ ਵੇਖਦਾ, ਪਰ ਦਰਸ਼ਨ ਕਰਿਆ ਗੱਲ ਨਹੀਂ ਬਣਨੀ ਜਿੰਨਾ ਚਿਰ ਅੰਦਰੋਂ ਪਛਾਣ ਨਹੀਂ ਲੈਂਦੀ ਗੁਰੂ ਕੀ ਹੈ, ਗੁਰੂ ਦੀ ਸ਼ਕਤੀ ਕੀ ਹੈ। ਇਹ ਭਾਈ ਨੰਦ ਲਾਲ ਜੀ ਨੂੰ ਪਛਾਣ ਆਈ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਪਛਾਣ ਲਿਆ ਹੈ ਉਹ ਗੁਰੂ ਵਰਗੇ ਹੀ ਬਣ ਗਏ ਹਨ। ਮੇਰੋ ਭਲੋ ਸਰੂਪ ਪਛਾਨਿਓ। ਇਹਨਾਂ ਨੇ ਸਾਡਾ ਸਰੂਪ ਪਛਾਣ ਲਿਆ ਹੈ। ਅਸਲ ਸਰੂਪ ਜਿਹੜਾ ਹੈ ਨਾ ਗੁਰੂ ਦਾ, ਉਹ ਸਾਧ ਸੰਗਤ ਜੀ ਵਿਰਲਿਆਂ ਨੇ ਵੇਖਿਆ ਹੈ। ਅਸੀਂ ਤਾਂ ਬਾਹਰਲੇ ਸਰੂਪ ਕੋਈ ਫੋਟੋਆਂ ਵੇਖੀ ਜਾਂਦਾ, ਕੋਈ ਮਹਾਰਾਜ ਦਾ ਇਤਿਹਾਸ ਵੇਖੀ ਜਾਂਦਾ ਹੈ, ਕੋਈ ਮਹਾਰਾਜ ਦਾ ਨਾਂ ਹੀ ਵੇਖਦਾ ਹੈ। ਇਹ ਵੀ ਠੀਕ ਹੈ, ਇਹ ਭਗਤੀ ਦਾ ਇੱਕ ਅੰਗ ਹੈ। ਦਸਵੇਂ ਪਾਤਸ਼ਾਹ ਦੇ ਸਰੂਪ ਦਾ ਧਿਆਨ ਕਰਨਾ, ਸ਼ਸਤਰਾਂ ਬਸਤਰਾਂ ਦਾ, ਉਹਨਾਂ ਦੀ ਬਾਣੀ ਦਾ, ਉਹਨਾਂ ਦੇ ਚਰਨਾਂ ਦਾ, ਉਹਨਾਂ ਦੇ ਤਖਤਾਂ ਦਾ, ਘੋੜਿਆਂ ਦਾ, ਨਗਾਰਿਆਂ ਦਾ, ਨਿਸ਼ਾਨਾਂ ਦਾ, ਜਿੰਨਾ ਵੀ ਗੁਰੂ ਸਾਹਿਬ ਦਾ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਹੈ ਉਹਦਾ ਧਿਆਨ ਕਰਨਾ, ਇਹ ਸਰਗੁਣ ਸਰੂਪ ਦਾ ਧਿਆਨ ਹੈ। ਇੱਕ ਆਤਮ ਦੀ ਖੇਡ ਹੈ, ਉਹ ਵੀ ਭਾਈ ਨੰਦ ਲਾਲ ਜੀ ਜਾਣ ਗਏ ਹਨ। ਜਾਂ ਤੇ ਇਸ ਕੋ ਗੁਰਪਦ ਹੋਵਾ। ਜਿਨ੍ਹਾਂ ਨੇ ਸਾਨੂੰ ਅੰਦਰੋਂ ਬਾਹਰੋਂ ਵੇਖ ਲਿਆ ਹੈ ਉਹ ਸਾਡਾ ਹੀ ਰੂਪ ਬਣ ਗਏ ਹਨ, ਸਾਡੇ ਵਰਗੇ ਹੀ ਹੋ ਗਏ ਹਨ। ਇਸ ਕਰਕੇ ਨੰਦ ਲਾਲ ਨੂੰ ਅਸੀਂ ਗੁਰੂ ਹੀ ਬਣਾ ਦਿੱਤਾ ਹੈ। ਭਗਤ ਗਿਆਨ ਕੋ ਰਸ ਇਨ ਜੋਵਾ। ਇਹਨਾਂ ਨੂੰ ਭਗਤੀ ਤੇ ਗਿਆਨ ਦਾ ਰਸ ਪ੍ਰਾਪਤ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਭਗਤੀ ਦਾ ਤੇ ਗਿਆਨ ਦਾ ਰਸ ਇਹ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ। ਕਰੋੜਾਂ ਜਨਮਾਂ ਦੀ ਭਗਤੀ ਹੋਵੇ, ਕੋਈ ਤਪ ਹੋਵੇ, ਕੋਈ ਪ੍ਰਭੂ ਦੀ ਕਿਰਪਾ ਹੋਵੇ ਤਾਂ ਫਿਰ ਮਨੁੱਖਾ ਜਨਮ ਮਿਲਦਾ ਹੈ। ਤੇ ਫਿਰ ਮਨੁੱਖਾ ਜਨਮ ਵਿੱਚ ਵੀ ਪੂਰਾ ਗੁਰੂ ਮਿਲਣਾ ਬੜਾ ਔਖਾ ਹੈ। ਜਿਹਨੂੰ ਪੂਰਾ ਗੁਰੂ ਮਿਲੇ ਫਿਰ ਉਹ ਗੁਰੂ ਕਿਰਪਾ ਕਰੇ ਤਾਂ ਉਹ ਆਤਮ ਸਰੂਪ ਦਾ ਗਿਆਨ ਹੁੰਦਾ ਹੈ। ਨੰਦ ਲਾਲ ਤੇ ਇਹ ਕਿਰਪਾ ਹੋ ਚੁੱਕੀ ਹੈ। ਸਤਿਗੁਰ ਮਿਹਰ ਨਦਰ ਕੀ ਧਾਰੇ। ਕਹਿੰਦੇ
ਜੇ ਪੂਰਾ ਸਤਿਗੁਰੂ ਮਿਹਰ ਦੀ ਨਿਗਾਹ ਕਰ ਦਵੇ ਅਨਕ ਗੁਰੂ ਕਰ ਜਗ ਵਿਸਤਾਰੇ। ਤਾਂ ਅਨੇਕਾਂ ਗੁਰੂ ਬਣਾ ਸਕਦਾ ਹੈ। ਕਲਗੀਧਰ ਪਾਤਸ਼ਾਹ ਨੇ ਸਾਰਾ ਖਾਲਸਾ ਹੀ ਗੁਰੂ ਬਣਾਤਾ। ਪੰਜ ਪਿਆਰੇ ਅੱਜ ਅੰਮ੍ਰਿਤ ਛਕਾਉਂਦੇ ਨੇ, ਗੁਰੂ ਦਾ ਰੂਪ ਹੋ ਕੇ ਛਕਾਉਂਦੇ ਨੇ। ਸੋ ਗੁਰੂ ਹੀ ਜਿਹੜਾ ਹੈ ਉਹਦੇ 'ਚ ਸ਼ਕਤੀ ਹੈ ਕਿ ਆਪਣੇ ਵਰਗੇ ਦੀਵੇ ਹੋਰ ਬੜੇ ਬਾਲ ਸਕਦਾ। ਇੱਕ ਦੀਵਾ ਬਲਿਆ ਹੋਵੇ ਤੇ ਸਾਧ ਸੰਗਤ ਜੀ ਹਜ਼ਾਰਾਂ ਦੀਵੇ ਉਹਦੇ ਤੋਂ ਹੋਰ ਬਾਲੇ ਜਾ ਸਕਦੇ ਹਨ। ਹਾਂਜੀ। ਆਲਮ ਸਿੰਘ ਸੋ ਪਰਿਓ ਬਖਾਨ। ਮਹਾਰਾਜ ਆਲਮ ਸਿੰਘ ਨੂੰ ਕਹਿਣ ਲੱਗੇ ਮੀਰ ਸੋ ਬੜੇ ਮਰਾਤਬ ਦਾਨ। ਕਿ ਆ ਜਿਹੜੇ ਦਰੋਗਾ ਜੀ ਹਨ ਇਹ ਬੜੇ ਵੱਡੇ ਮਰਤਬੇ ਵਾਲੇ ਹਨ, ਉੱਚੀ ਪਦਵੀ ਵਾਲੇ ਹਨ, ਰੁਤਬੇ ਵਾਲੇ, ਚੰਗੇ ਪਹੁੰਚੇ ਹੋਏ ਫਕੀਰ ਹਨ। ਪ੍ਰੇਮੀ ਮਗ ਖੁਦਾਏ ਕੋ ਹੈ। ਇਹ ਰੱਬ ਦੇ ਰਾਹ ਦਾ ਪ੍ਰੇਮੀ ਹੈ। ਇਸ ਨੂੰ ਵਾਹਿਗੁਰੂ ਦੀ, ਖੁਦਾ ਦੀ, ਪ੍ਰਭੂ ਦੀ ਪ੍ਰੀਤੀ ਹੈ। ਇਹ ਉਸ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ। ਨੰਦ ਲਾਲ ਤੇ ਸਿੱਖਿਆ ਲਹੈ। ਤੇ ਭਾਈ ਨੰਦ ਲਾਲ ਤੋਂ ਸਿੱਖਿਆ ਲੈਂਦਾ, ਭਾਈ ਨੰਦ ਲਾਲ ਦੀ ਸੰਗਤ ਕਰਦਾ, ਭਾਈ ਨੰਦ ਲਾਲ ਦੀ ਬਾਣੀ ਸੁਣਦਾ। ਮੀਰ ਮੁਰਾਤਬ ਦਾਨ ਸੋ ਜਾਨਾ। ਇਹ ਬੜੇ ਉੱਚੇ ਮੁਰਾਤਬੇ ਵਾਲਾ ਮੀਰ ਹੈ ਤੇ ਜਿੱਥੇ ਇਹ ਸਰੀਰ ਕਰਕੇ, ਪੈਸੇ ਵਾਲਾ ਹੋਣ ਕਰਕੇ ਅਮੀਰ ਹੈ, ਉੱਥੇ ਇਹਦੀ ਤਬੀਅਤ ਜਿਹੜੀ ਇਹਦਾ ਸੁਭਾਅ ਜਿਹੜਾ ਉਹ ਫਕੀਰ ਹੈ। ਅੰਦਰੋਂ ਇਹ ਫਕੀਰ ਹੈ, ਬਾਹਰੋਂ ਇਹ ਅਮੀਰ ਹੈ। ਹਾਂਜੀ। ਬਾਦਸ਼ਾਹ ਕੇ ਨਿਕਟ ਮਹਾਨਾ। ਤੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਬੜੇ ਉੱਚੇ ਅਹੁਦੇ ਤੇ ਲੱਗਾ ਹੋਇਆ ਹੈ। ਤੂੰ ਮੁਖ ਮੋਟੀ ਬਾਤ ਪ੍ਰਕਾਸ਼। ਮਹਾਰਾਜ ਕਹਿੰਦੇ ਆਲਮ ਸਿਆ ਤੂੰ ਮੋਟੀਆਂ ਗੱਲਾਂ ਕਰਦਾ ਹੈ। ਤੂੰ ਜਿਹੜੀ ਗੱਲ ਕੀਤੀ ਹੈ ਨਾ ਇਹ ਮੋਟੀ ਗੱਲ ਹੈ। ਇਹ ਤੂੰ ਜਿਹੜੀ ਗੱਲ ਕੀਤੀ ਹੈ ਵੀ ਨੰਦ ਲਾਲ ਨੂੰ ਗੁਰੂ ਨਾ ਕਹਿ, ਖਰੋ ਕਰਤ ਹੈ ਹਾਸ ਬਿਲਾਸ। ਮਹਾਰਾਜ ਕਹਿੰਦੇ ਤੂੰ ਖਲੋਤਾ ਹਾਸ ਬਿਲਾਸ ਕਰੀ ਜਾਂਦਾ। ਮਹਾਰਾਜ ਨੇ ਭਾਈ ਆਲਮ ਸਿੰਘ ਦਾ ਵੀ ਤਿਰਸਕਾਰ ਨਹੀਂ ਕੀਤਾ, ਉਹਦੀ ਗੱਲ ਨੂੰ ਹਾਸੇ 'ਚ ਪਾ ਲਿਆ ਹੈ। ਤੇ ਨਾਲ ਹੀ ਉਸ ਪੀਰ ਨੂੰ ਜਿਹੜਾ ਮੁਸਲਮਾਨ ਆਇਆ ਹੈ ਨੰਦ ਲਾਲ ਦੇ ਨਾਲ, ਉਹਦਾ ਵੀ ਮਨ ਟਿਕਾਈ ਰੱਖਿਆ। ਉਹਦੇ ਮਨ ਦੇ ਵਿੱਚ ਵੀ ਸ਼ੰਕਾ ਨਾ ਪੈ ਜਾਵੇ ਕਿ ਆਪਣੇ ਮੁਰਸ਼ਿਦ ਭਾਈ ਨੰਦ ਲਾਲ ਨੂੰ ਉਹ ਕਿਤੇ ਛੱਡ ਹੀ ਨਾ ਦੇਵੇ। ਇਸ ਕਰਕੇ ਸਤਿਗੁਰੂ ਜੀ ਨੇ ਉਹਦਾ ਵੀ ਖਿਆਲ ਰੱਖਿਆ ਹੈ, ਗੁਰੂ ਘਰ ਦੀ ਮਰਜ਼ਾਦਾ ਵੀ ਸਮਝਾਈ ਹੈ। ਇਵੇਂ ਕਹਿ ਗੁਰੂ ਕਿਰਪਾ ਬਹੁ ਕਰੀ। ਇਸ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਹਜੂਰ ਨੇ ਭਾਈ ਨੰਦ ਲਾਲ ਜੀ ਤੇ ਅਤੇ ਉਸ ਦਰੋਗੇ ਉੱਤੇ ਬੜੀ ਕਿਰਪਾ ਕੀਤੀ ਹੈ। ਪ੍ਰੇਮਾ ਭਗਤ ਹਿਰਦੈ ਤਿਸ ਧਰੀ। ਤੇ ਉਹਨਾਂ ਦੇ ਹਿਰਦੇ 'ਚ ਪ੍ਰੇਮਾ ਭਗਤੀ ਦਾ ਬੀਜ ਦਿੱਤਾ ਹੈ। ਉਹ ਨਿਹਾਲ ਪਾਏ ਗੁਰ ਕਰੁਣਾ। ਗੁਰੂ ਦੀ ਕਿਰਪਾ ਪਾ ਕੇ ਭਾਈ ਨੰਦ ਲਾਲ ਜੀ ਨਿਹਾਲ ਹੋ ਗਏ ਨੇ। ਸੰਕਟ ਹਰਿਓ ਜਨਮ ਅਰ ਮਰਨਾ। ਭਾਈ ਸਾਹਿਬ ਦਾ ਤੇ ਦਰੋਗੇ ਦਾ ਜਨਮ ਮਰਨ ਦਾ ਸੰਕਟ ਗੁਰੂ ਸਾਹਿਬ ਨੇ ਕੱਟ ਦਿੱਤਾ ਹੈ। ਨੰਦ ਲਾਲ ਗੁਰ ਕੇ ਟਿਗਰ ਹੈ। ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਕੋਲ ਰਹਿੰਦੇ ਹਨ। ਬ੍ਰਹਮ ਗਿਆਨ ਮੈਂ ਨਿਸ਼ਚੈ ਲਹੈ। ਔਰ ਬ੍ਰਹਮ ਗਿਆਨ ਵਿੱਚ ਉਹਨਾਂ ਦਾ ਨਿਸ਼ਚਾ ਹੈ। ਹਰ ਵੇਲੇ ਉਹਨਾਂ ਦੀ ਬਿਰਤੀ ਬ੍ਰਹਮ ਸਰੂਪ ਵਿੱਚ ਲੀਨ ਰਹਿੰਦੀ ਹੈ। ਤਨ ਆਪਣੋ ਸੰਤਨ ਕੋ ਦੇਵੈ। ਜਿੰਨੀ ਭਾਈ ਨੰਦ ਲਾਲ ਜੀ ਕੋਲ ਮਾਇਆ ਹੈ ਉਹ ਸੰਤਾਂ ਦੀ ਸੇਵਾ ਤੇ ਖਰਚ ਕਰ ਦਿੰਦੇ ਹਨ। ਸਾਧੂਆਂ, ਫਕੀਰਾਂ, ਭਗਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ। ਗੁਰ ਸਿੱਖਨ ਕੋ ਹਿਤ ਕਰ ਸੇਵੈ। ਗੁਰੂ ਦੇ ਸਿੱਖਾਂ ਨੂੰ ਬੜੇ ਹਿੱਤ ਨਾਲ, ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ, ਉਹਨਾਂ ਨੂੰ ਬਸਤਰ ਦਿੰਦੇ ਆ, ਜੋੜੇ ਪਵਾਉਂਦੇ, ਸੇਵਾ ਕਰਦੇ ਆ। ਵਿਦਾ ਹੋਏ ਕਬ ਘਰ ਕੋ ਜਾਏ। ਕਹਿੰਦੇ ਕਦੀ ਵਿਦਾ ਹੋ ਕੇ ਘਰ ਚਲੇ ਜਾਂਦੇ ਹਨ। ਧਰਤ ਧਿਆਨ ਔਰ ਵਿਖੇ ਬਸਾਏ। ਤੇ ਮਨ ਵਿੱਚ ਧਿਆਨ ਰੱਖਦੇ ਗੁਰੂ ਦੇ ਚਰਨਾਂ ਦਾ। ਬਹੁਰ ਨਿਕਟ ਰਹਿ ਬੇਕੋ ਆਵੈ। ਫਿਰ ਮਹਾਰਾਜ ਦੇ ਕੋਲ ਆ ਜਾਂਦੇ ਹਨ ਤੇ ਗੁਰੂ ਸਾਹਿਬ ਦੇ ਕੋਲ ਹੀ ਰਹਿੰਦੇ ਹਨ। ਦਰਬ ਵਿਸ਼ਾਲ ਅਕੋਰ ਚੜਾਵੈ। ਬੇਅੰਤ ਮਾਇਆ ਤੇ ਵਧੀਆ ਭੇਟਾਵਾਂ ਗੁਰੂ ਚਰਨਾਂ 'ਚ ਅਰਪਣ ਕਰਦੇ ਹਨ। ਕਿਸੇ ਬਹਾਦਰ ਸ਼ਾਹ ਚਿਤਾਰੈ। ਕਹਿੰਦੇ ਬਾਦਸ਼ਾਹ ਦਾ ਪੁੱਤਰ ਬਹਾਦਰ ਸ਼ਾਹ ਔਰੰਗਜ਼ੇਬ ਦਾ ਬੇਟਾ ਉਹ ਹਮੇਸ਼ਾ ਭਾਈ ਨੰਦ ਲਾਲ ਜੀ ਨੂੰ ਚੇਤੇ ਕਰਦਾ ਰਹਿੰਦਾ ਹੈ, ਕਿਉਂਕਿ ਉਹਦਾ ਭਾਈ ਨੰਦ ਲਾਲ ਨਾਲ ਪ੍ਰੇਮ ਵੀ ਬੜਾ ਸੀ ਤੇ ਭਾਈ ਸਾਹਿਬ ਦੀ ਵਿੱਦਿਆ ਦਾ ਵੀ ਉਹ ਕਦਰਦਾਨ ਸੀ। ਤੇ ਹਰ ਵੇਲੇ ਔਖੇ ਸਮੇਂ ਭਾਈ ਨੰਦ ਲਾਲ ਹੀ ਉਹਦੀ ਮਦਦ ਕਰਦੇ ਸਨ। ਇਸ ਕਰਕੇ ਬਹਾਦਰ ਸ਼ਾਹ ਭਾਈ ਸਾਹਿਬ ਨੂੰ ਬਹੁਤ ਚੇਤੇ ਕਰਦਾ ਹੈ। ਬੜਾ ਵਲੀ ਉਹ ਸਤੁਤੀ ਉਚਾਰੇ। ਕਹਿੰਦੇ ਬਾਦਸ਼ਾਹ ਬਹਾਦਰ ਸ਼ਾਹ ਭਾਈ ਨੰਦ ਲਾਲ ਨੂੰ ਬੜਾ ਵੱਡਾ ਵਲੀ ਸਮਝਦਾ ਹੈ। ਉਹ ਕਹਿੰਦਾ ਇਹ ਬਹੁਤ ਪਹੁੰਚੇ ਹੋਏ ਕਾਮਲ ਸੰਤ ਹਨ, ਜਿਨ੍ਹਾਂ ਨੇ ਮੇਰੇ ਪਿਤਾ ਦੀ ਨੌਕਰੀ ਛੱਡ ਦਿੱਤੀ ਹੈ
ਤੇ ਗੁਰੂ ਮਹਾਰਾਜ ਦੀ ਸ਼ਰਨ ਚਲੇ ਗਏ ਹਨ। ਇਸਤੇ ਸੁਣ ਕਰ ਕਹਿ ਉਪਦੇਸ਼, ਕਹਿੰਦੇ ਭਾਈ ਨੰਦ ਲਾਲ ਤੋਂ ਉਪਦੇਸ਼ ਸੁਣ ਕੇ ਗੁਰ ਕੀ ਮਹਿਮਾ ਲਖੈ ਵਿਸ਼ੇਸ਼। ਬਹਾਦਰ ਸ਼ਾਹ ਨੂੰ ਗੁਰੂ ਘਰ ਦੀ ਮਹਿਮਾ ਦਾ ਵੀ ਪਤਾ ਲੱਗਾ ਹੈ, ਗੁਰੂ ਘਰ ਬਾਰੇ ਜਾਣਦਾ ਹੈ ਬਹਾਦਰ ਸ਼ਾਹ। ਸਾਧ ਸੰਗਤ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਬਹਾਦਰ ਸ਼ਾਹ ਦਾ ਜਨਮ ਹੋਣਾ ਸੀ ਤਾਂ ਉਦੋਂ ਜਿਹੜੀ ਉਹ ਬਾਦਸ਼ਾਹ ਔਰੰਗਜ਼ੇਬ ਦੀ ਬੇਗਮ ਉਹ ਪ੍ਰਸੂਤ ਦੀ ਪੀੜਾ ਕਰਕੇ ਬੜੀ ਦੁਖੀ ਸੀ, ਔਰ ਦਿੱਲੀ ਦੇ ਵਿੱਚ ਜਿੰਨੇ ਵੈਦ ਹਕੀਮ ਡਾਕਟਰ ਦਾਈਆਂ ਸਨ ਉਹ ਆਪਣਾ ਜ਼ੋਰ ਲਾ ਥੱਕੇ, ਬੱਚੇ ਦਾ ਜਨਮ ਨਹੀਂ ਹੋ ਰਿਹਾ ਤੇ ਮਿੰਟੋ ਮਿੰਟੀ ਥੋੜ੍ਹੇ ਸਮੇਂ ਵਿੱਚ ਹੀ ਬੱਚੇ ਦੀ ਮਾਂ ਦੀ ਬੇਗਮ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਸੀ। ਤਾਂ ਬਾਦਸ਼ਾਹ ਔਰੰਗਜ਼ੇਬ ਨੇ ਘਬਰਾਏ ਹੋਏ ਨੇ ਸਾਰੇ ਮੁੱਲਾਂ ਮੁਲਾਣਿਆਂ ਕੋਲੋਂ ਜਦੋਂ ਧਾਗੇ ਤਵੀਤ ਜੰਤਰ ਮੰਤਰ ਵੀ ਕਰਾ ਲਏ, ਦਵਾਈਆਂ ਬੂਟੀਆਂ ਵੀ ਕਰਾ ਲਈਆਂ, ਬੱਚੇ ਦਾ ਜਨਮ ਨਹੀਂ ਹੋਇਆ ਤਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਜੋ ਉਸ ਵੇਲੇ ਮਜਨੂ ਦੇ ਟਿੱਲੇ ਬਿਰਾਜਮਾਨ ਸਨ ਉਹਨਾਂ ਨੂੰ ਬੇਨਤੀ ਕੀਤੀ ਕਿ ਬੇਗਮ ਬੜੀ ਪਰੇਸ਼ਾਨ ਹੈ, ਬੱਚਾ ਜਨਮ ਨਹੀਂ ਲੈ ਰਿਹਾ, ਤਕਲੀਫ ਵੱਧ ਰਹੀ ਹੈ, ਜਾਨ ਨੂੰ ਵੀ ਬੇਗਮ ਦੇ ਤੇ ਬੱਚੇ ਦੀ ਜਾਨ ਨੂੰ ਖਤਰਾ ਹੈ, ਮਹਾਰਾਜ ਕਿਰਪਾ ਕਰੋ। ਬਾਬਾ ਰਾਮ ਰਾਏ ਜੀ ਨੇ ਉਸ ਵੇਲੇ ਸ੍ਰੀ ਜਪਜੀ ਸਾਹਿਬ ਦਾ ਪਾਠ ਗੜਵੀ ਜਲ 'ਤੇ ਕਰਕੇ ਭੇਜਿਆ ਕਿ ਇਹ ਅੰਮ੍ਰਿਤ ਜਲ ਜਿਹੜਾ ਹੈ ਉਹ ਬੇਗਮ ਨੂੰ ਛਕਾ ਦਿਓ, ਬੱਚੇ ਦਾ ਜਨਮ ਹੋਵੇਗਾ। ਸੋ ਉਸੇ ਵੇਲੇ ਜਦੋਂ ਬੇਗਮ ਦੇ ਮੁਖ ਵਿੱਚ ਬਾਬਾ ਰਾਮ ਰਾਏ ਜੀ ਦਾ ਭੇਜਿਆ ਅੰਮ੍ਰਿਤ ਪਾਇਆ ਗਿਆ ਤਾਂ ਉਸੇ ਵੇਲੇ ਇਸ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਸਰ ਸੀ ਇਹਦੇ ਉੱਤੇ। ਅੱਗੋਂ ਭਾਈ ਨੰਦ ਲਾਲ ਜੀ ਦੀ ਸੰਗਤ ਮਿਲ ਗਈ, ਉਹਨਾਂ ਕੋਲੋਂ ਗੁਰੂ ਘਰ ਦੀ ਮਹਿਮਾ ਸੁਣਦਾ ਤੇ ਜਾਣਦਾ ਹੈ। ਮਹਾ ਸ਼ਰੀਅਣ ਤੇ ਡਰ ਪਾਵੈ, ਪਰ ਜਿਹੜੇ ਉਹਦੇ ਆਲੇ ਦੁਆਲੇ ਸ਼ਰ੍ਹਾ ਵਾਲੇ ਹਨ, ਬੜੇ ਕੱਟੜ ਮੁਸਲਮਾਨ ਹਨ, ਉਹਨਾਂ ਤੋਂ ਵੀ ਡਰਦਾ ਹੈ। ਸਮਾਜ ਨੂੰ ਵੀ ਮੰਨਣਾ ਪੈਂਦਾ, ਕੱਲ੍ਹ ਨੂੰ ਬਾਦਸ਼ਾਹ ਵੀ ਬਣਨਾ ਹੈ। ਜੇ ਇਹਨਾਂ ਨਾਲ ਵਿਗੜ ਗਈ ਇਹ ਰਾਜ ਭਾਗ ਤੇ ਬਹਿਣ ਨਹੀਂ ਦੇਣਗੇ। ਇਸ ਕਰਕੇ ਬਹਾਦਰ ਸ਼ਾਹ ਆਪਣੇ ਸਾਥੀਆਂ ਤੋਂ ਡਰਦਾ ਵੀ ਹੈ। ਪਦਰ ਤਰਾਸ ਕੋ ਹਿਰਦੈ ਬਸਾਵੈ, ਪਿਓ ਦਾ ਵੀ ਡਰ ਮੰਨਦਾ ਮਨ ਦੇ ਵਿੱਚ। ਨਹਿ ਮਿਲ ਸਕੈ ਜਾਨ ਇਸ ਕਾਰਨ, ਭਾਈ ਨੰਦ ਲਾਲ ਜੀ ਨੂੰ ਖੁੱਲ੍ਹੇ ਨਹੀਂ ਮਿਲ ਸਕਦਾ, ਇਸ ਕਾਰਨ ਗੁਰੂ ਸਾਹਿਬ ਕੋਲ ਅਨੰਦਪੁਰ ਸਾਹਿਬ ਵੀ ਨਹੀਂ ਆ ਸਕਦਾ। ਜੇ ਕਿਤੇ ਇਹ ਦਿੱਕਤ ਨਾ ਹੁੰਦੀ ਤਾਂ ਬਹਾਦਰ ਸ਼ਾਹ ਗੁਰੂ ਸਾਹਿਬ ਕੋਲ ਅਨੰਦਪੁਰ ਸਾਹਿਬ ਵੀ ਆ ਜਾਂਦਾ, ਪਰ ਕਿਉਂਕਿ ਪਿਓ ਦਾ ਵੀ ਡਰ ਹੈ, ਆਪਣੀ ਬਰਾਦਰੀ ਭਾਈਚਾਰੇ ਦਾ ਡਰ ਹੈ, ਕਿਉਂਕਿ ਇਹਦਾ ਇੱਕ ਤਾਇਆ ਸੀ ਬਹਾਦਰ ਸ਼ਾਹ ਦਾ ਜਿਹਦਾ ਨਾਮ ਸੀ ਦਾਰਾ ਸ਼ਿਕੋ, ਉਹ ਵੀ ਗੁਰੂ ਘਰ ਦਾ ਪ੍ਰੇਮੀ ਸੀ, 7ਵੇਂ ਪਾਤਸ਼ਾਹ ਕੋਲ ਆ ਕੇ ਆਸਾ ਦੀ ਵਾਰ ਸੁਣਿਆ ਕਰਦਾ ਸੀ। ਉਹਨੂੰ ਔਰੰਗਜ਼ੇਬ ਨੇ ਇਹਨਾਂ ਕਾਰਨਾਂ ਕਰਕੇ ਕਿ ਇਹ ਜਿਹੜਾ ਮੇਰਾ ਵੱਡਾ ਭਰਾ ਹੈ ਹਿੰਦੂ ਸੰਤਾਂ ਦੀ ਸੰਗਤ ਕਰਦਾ ਹੈ, ਬਾਬਾ ਲਾਲ ਚੰਦ ਨਾਮ ਦੇ ਇੱਕ ਬਨਾਰਸ ਵਿੱਚ ਬੜੇ ਪਹੁੰਚੇ ਹੋਏ ਮਹਾਂਪੁਰਸ਼ ਵਿਦਵਾਨ ਸੰਤ ਸਨ, ਉਹਨਾਂ ਦੀ ਵੀ ਸੰਗਤ ਕਰਦਾ ਹੈ ਤੇ ਸਾਧ ਸੰਗਤ ਜੀ ਗੁਰੂ ਹਰਿਰਾਏ ਸਾਹਿਬ ਦੀ ਸੰਗਤ ਕਰਦਾ। ਬਾਦਸ਼ਾਹ ਨੇ ਉਹਨੂੰ ਪਿਓ ਪੁੱਤਰ ਨੂੰ ਕਤਲ ਕਰਵਾ ਦਿੱਤਾ ਔਰੰਗਜ਼ੇਬ ਨੇ। ਤੋ ਬਹਾਦਰ ਸ਼ਾਹ ਇਸ ਗੱਲ ਤੋਂ ਡਰਦਾ ਹੈ ਜੇ ਕਿਤੇ ਮੈਂ ਗੁਰੂ 10ਵੇਂ ਪਾਤਸ਼ਾਹ ਕੋਲ ਜਾਵਾਂ, ਮੇਰਾ ਪਿਤਾ ਨਾਰਾਜ਼ ਹੋ ਜਾਵੇ, ਮੈਨੂੰ ਰਾਜ ਤੋਂ ਬੇਦਖਲ ਕਰ ਦੇਵੇ ਜਾਂ ਮੇਰੀ ਜਾਨ ਲੈ ਲਵੇ, ਸ਼ਰਈ ਮੁਸਲਮਾਨੇ ਪਤਾ ਨਹੀਂ ਕਿਹੜਾ ਫਤਵਾ ਲਾ ਦੇਣ ਮੇਰੇ ਉੱਤੇ, ਇਸ ਕਰਕੇ ਦਰਸ਼ਨਾਂ ਨੂੰ ਨਹੀਂ ਆ ਸਕਦਾ। ਹਿਰਦੈ ਲਖੈ ਗੁਰ ਕਰਹਿ ਉਦਾਹਰਣ, ਪਰ ਮਨ ਵਿੱਚ ਸੋਚਦਾ ਹੈ ਕਿ 10ਵੇਂ ਪਾਤਸ਼ਾਹ ਕਦੀ ਨਾ ਕਦੀ ਤਾਂ ਜ਼ਰੂਰ ਦਰਸ਼ਨ ਦੇਣਗੇ, ਮੇਰਾ ਉਧਾਰ ਕਰਨਗੇ। ਬੀਚ ਆਨੰਦਪੁਰ ਬੜੇ ਆਨੰਦ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੜਾ ਆਨੰਦ ਬਣਿਆ ਹੋਇਆ ਹੈ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਮਿਲੇ ਆਨਗਨ ਸਿੱਖ ਬਿਲੰਦ, ਬੜੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਨੰਦਪੁਰ ਸਾਹਿਬ ਆਉਂਦੀਆਂ ਹਨ। ਸਭ ਡੇਰਨ ਮਹਿ ਲੰਗਰ ਹੋਏ, ਇਸ ਕਰਕੇ ਗੁਰੂ ਘਰ ਸ੍ਰੀ ਅਨੰਦਪੁਰ ਸਾਹਿਬ ਲੰਗਰ ਬਹੁਤ ਥਾਵਾਂ ਤੇ ਪੱਕਦਾ ਹੈ। ਜਿੰਨੇ ਵੀ ਡੇਰੇ ਹਨ, ਗੁਰਦੁਆਰੇ ਹਨ, ਸਥਾਨ ਹਨ, ਉੱਥੇ ਸਭ ਲੰਗਰ ਚੱਲਦਾ। ਗੁਰੂ ਘਰ ਲੰਗਰ ਤਾਂ ਚੱਲਦਾ ਹੀ ਹੈ। ਜਿੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਲੰਗਰ ਹਜ਼ਾਰਾਂ ਸੰਗਤਾਂ ਲੰਗਰ ਛਕਦੀਆਂ ਨੇ, ਉੱਥੇ ਸਾਧ ਸੰਗਤ ਜੀ ਸਿੱਖਾਂ ਦੇ ਘਰਾਂ 'ਚ ਵੀ ਲੰਗਰ ਚੱਲਦਾ। ਭਾਈ ਨੰਦ ਲਾਲ ਜੀ ਨੇ ਵੀ ਸ਼ਹੀਦੀ ਬਾਗ ਦੇ ਵਿੱਚ ਲੰਗਰ ਲਾਇਆ ਹੋਇਆ।
ਔਰ ਜਿਹੜਾ ਕੋਈ ਉੱਥੇ ਆਵੇ ਉਹਨੂੰ ਪ੍ਰਸ਼ਾਦਾ ਜ਼ਰੂਰ ਛਕਾਉਂਦੇ ਹਨ। ਭੁੱਖਾ ਰਹਿਣ ਨਾ ਪਾਵੇ ਕੋਏ। ਸ੍ਰੀ ਅਨੰਦਪੁਰ ਸਾਹਿਬ ਵਿੱਚ ਕੋਈ ਭੁੱਖਾ ਨਹੀਂ ਸੌਂਦਾ। ਅਤੁੱਟ ਲੰਗਰ ਗੁਰੂ ਕਾ ਵਰਤਦਾ। ਗੁਰੂ ਕੇ ਲੰਗਰ ਤੋਂ ਇਲਾਵਾ ਸਿੱਖਾਂ ਦੇ ਘਰਾਂ 'ਚ ਵੀ ਗੁਰੂ ਦਾ ਹੀ ਲੰਗਰ ਪੱਕਦਾ। ਅੱਜ ਕੱਲ੍ਹ ਵਰਗੇ ਸਿੱਖ ਨਹੀਂ ਸੀ ਜਿਹੜੇ ਆਪਣੇ ਘਰ ਦੇ ਲੰਗਰ ਨੂੰ ਗੁਰੂ ਦੇ ਲੰਗਰ ਤੋਂ ਵੱਖਰਾ ਸਮਝਦੇ ਆ। ਉਦੋਂ ਗੁਰੂ ਕੇ ਸਿੱਖ ਆਪਣੇ ਘਰਾਂ 'ਚ ਵੀ ਗੁਰੂ ਦਾ ਹੀ ਲੰਗਰ ਸਮਝਦੇ ਸੀ। ਉਹ ਕਹਿੰਦੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਜਿਸ ਗੁਰੂ ਨੇ ਇੰਨਾ ਕੁਝ ਦਿੱਤਾ ਹੈ ਉਹਨੂੰ ਸ਼ਾਬਾਸ਼ ਕਹੀਏ, ਉਹਦਾ ਹੀ ਹੈ ਸਾਰਾ ਕੁਝ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਦਾ ਲੰਗਰ ਚੱਲਦਾ ਹੈ। ਭਈ ਗੁਰੂ ਟਿਕ ਇੱਕ ਦਿਨ ਚਰਚਾ। ਇੱਕ ਦਿਨ 10ਵੇਂ ਪਾਤਸ਼ਾਹ ਦੇ ਕੋਲ ਵਿਦਵਾਨਾਂ ਦੀ, ਸਿਆਣਿਆਂ ਦੀ ਗਿਆਨ ਗੋਸ਼ਟੀ ਹੋਈ ਹੈ, ਚਰਚਾ ਹੋਈ ਹੈ ਹਿਤ ਦੇ ਗਨ ਕੇ ਸਭ ਧਨ ਖਰਚਾ। ਕਿ ਇਹ ਗੱਲ ਚੱਲਦੀ ਹੈ ਵੀ ਗੁਰੂ ਕੇ ਲੰਗਰਾਂ ਲਈ ਸਾਰੇ ਖਰਚਾ ਕਰਦੇ ਨੇ, ਮਾਇਆ ਲਾਉਂਦੇ ਨੇ, ਆਪਣਾ ਦਸਵੰਧ ਕੱਢਦੇ ਨੇ। ਕਈ ਗੁਰੂ ਕੇ ਲੰਗਰਾਂ 'ਚ ਰਸਤਾ ਪਹੁੰਚਾ ਦਿੰਦੇ ਨੇ ਤੇ ਕਈ ਆਪਣੇ ਘਰਾਂ 'ਚ ਲੰਗਰ ਲਾ ਕੇ ਸੰਗਤ ਨੂੰ ਛਕਾਉਂਦੇ ਨੇ। ਨਿਜ ਨਿਜ ਡੇਰੇ ਸਗਰੇ ਕਰਹੀ। ਆਪਣੇ ਆਪਣੇ ਡੇਰਿਆਂ ਵਿੱਚ ਸਾਰੇ ਹੀ ਲੰਗਰ ਕਰਦੇ ਨੇ। ਭਾਉ ਭਗਤ ਕੋ ਨੀਕੋ ਧਰਹੀ। ਪ੍ਰੇਮਾ ਭਗਤੀ ਦਾ ਇਹ ਅੰਗ ਹੈ ਸਾਧ ਸੰਗਤ ਜੀ, ਲੰਗਰ ਸੇਵਾ ਦਾ। ਸੋ ਇਹ ਬੜੇ ਪ੍ਰੇਮ ਨਾਲ ਕਰਦੇ ਨੇ। ਭਲੇ ਭਲੇ ਸਿੱਖ ਕਰਹਿ ਬਖਾਨ। ਚੰਗੇ ਚੰਗੇ ਸਿੱਖ ਮਹਾਰਾਜ ਦੇ ਦਰਬਾਰ 'ਚ ਬੈਠੇ ਸਨ। ਗੁਰ ਜੀ ਲੰਗਰ ਹੋਏ ਮਹਾਨ। ਉਹਨਾਂ ਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਆਨੰਦਪੁਰ ਸਾਹਿਬ 'ਚ ਬੜੇ ਹੀ ਲੰਗਰ ਚੱਲਦੇ ਨੇ। ਸਿੱਖਾਂ ਦੇ ਘਰਾਂ 'ਚ ਵੀ ਲੰਗਰ ਪੱਕਦੇ ਨੇ, ਗੁਰਦੁਆਰਿਆਂ 'ਚ ਵੀ ਲੰਗਰ ਪੱਕਦੇ ਨੇ। ਜਿਹੜੀਆਂ ਸੰਗਤਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਉਹ ਵੀ ਲੰਗਰ ਵਰਤਾਉਂਦੀਆਂ, ਛਕਾਉਂਦੀਆਂ ਨੇ। ਮਹਾਰਾਜ ਲੰਗਰ ਦੀ ਤਾਂ ਬੜੀ ਮਹਿਮਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਲਾ ਕੇ ਲੰਗਰ ਚਲਾਇਆ, ਚੱਲੀ ਜਾਂਦਾ ਹੈ। ਕਲਗੀਧਰ ਕਹੈ ਸੋ ਅੱਛੇ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਬੋਲੇ, ਕਹਿੰਦੇ ਜਿਹੜੇ ਸਿੱਖ ਲੰਗਰ ਚਲਾਉਂਦੇ ਨੇ ਬੜਾ ਭਲਾ ਕਰਦੇ ਨੇ, ਚੰਗਾ ਕਰਦੇ ਨੇ। ਤਉ ਆਪ ਦੇਖੈ ਔਰ ਬਾਂਛੇ। ਪਰ ਮਨ ਵਿੱਚ ਮਹਾਰਾਜ ਨੇ ਸੋਚਿਆ ਵੀ ਇੱਕ ਦਿਨ ਦੇਖ ਕੇ ਆਉਣਾ ਹੈ ਵੀ ਗੁਰੂ ਦਾ ਲੰਗਰ ਕੌਣ ਚਲਾਉਂਦਾ ਹੈ ਤੇ ਕੌਣ ਨਹੀਂ ਚਲਾਉਂਦਾ। ਬੀਤ ਗਏ ਕੇਤਕ ਦਿਨ ਪਾਛੇ। ਜਦੋਂ ਕੁਝ ਦਿਨ ਬੀਤ ਗਏ ਇਹ ਗੱਲ ਸੰਗਤ ਨੂੰ, ਸਿੱਖਾਂ ਨੂੰ ਭੁੱਲ ਗਈ, ਵਿਸਰ ਗਈ। ਅਪਰ ਬੇਸ ਨਿਜ ਤਨ ਮੈਂ ਕਾਛੇ। ਮਹਾਰਾਜ ਨੇ ਭੇਸ ਬਦਲ ਲਿਆ। ਮਹਾਰਾਜ ਫਕੀਰਾਂ ਵਾਲਾ, ਮੰਗਤਿਆਂ ਵਾਲਾ, ਸਾਧੂਆਂ ਵਾਲਾ ਭੇਸ ਬਣਾ ਲਿਆ। ਜਿਸ ਤੇ ਜਾਣ ਸਕੈ ਨਹਿ ਕੋਏ। ਐਸਾ ਆਪਣੀ ਸ਼ਕਤੀ ਨਾਲ ਰੂਪ ਬਣਾ ਲਿਆ 10ਵੇਂ ਪਾਤਸ਼ਾਹ ਨੇ ਵੀ ਕੋਈ ਪਛਾਣ ਨਾ ਸਕੇ ਬਈ ਇਹ ਗੁਰੂ ਮਹਾਰਾਜ ਹਨ ਜਾਂ ਕੋਈ ਗੁਰੂ ਦਾ ਸੇਵਕ ਸਿੱਖ, ਗਰੀਬ ਸਿੱਖ ਹੈ। ਇਸ ਪ੍ਰਕਾਰ ਕੇ ਸ੍ਰੀ ਪ੍ਰਭ ਹੋਏ। ਮਹਾਰਾਜ 10ਵੇਂ ਪਾਤਸ਼ਾਹ ਆਪਣੀ ਸ਼ਕਤੀ ਨਾਲ ਹੀ ਆਪਣਾ ਰੂਪ ਇਸ ਤਰ੍ਹਾਂ ਦਾ ਬਣਾ ਲਿਆ। ਸਿੱਖਿਅਨ ਕੇ ਡੇਰੇ ਜਬ ਗਏ। ਤੇ ਮਹਾਰਾਜ ਸਿੱਖਾਂ ਦੇ ਡੇਰਿਆਂ ਵਿੱਚ ਲੰਗਰ ਛਕਣ ਲਈ ਗਏ ਹਨ। ਜਿਉ ਆਹਾਰ ਮੋ ਕੋ ਛੁਦ ਭਏ। ਤੇ ਹਰ ਇੱਕ ਡੇਰੇ ਵਿੱਚ ਸਿੱਖਾਂ ਦੇ ਘਰਾਂ 'ਚ ਜਿੱਥੇ ਲੰਗਰ ਪੱਕਦਾ ਸੀ ਉੱਥੇ ਜਾ ਕੇ ਕਲਗੀਧਰ ਜੀ ਨੇ ਜਾਚਨਾ ਕੀਤੀ ਹੈ, ਮੰਗ ਕੀਤੀ ਹੈ ਕਿ ਮੈਨੂੰ ਬੜੀ ਭੁੱਖ ਲੱਗੀ ਹੈ, ਭਾਈ ਸਿੱਖੋ ਜੇ ਤੁਹਾਡੇ ਕੋਲ ਲੰਗਰ ਤਿਆਰ ਹੈ ਤਾਂ ਛਕਾ ਦਿਓ। ਪਿਤਰ ਕਾਲ ਮੈਂ ਹੋਵਹਿ ਤਿਆਰ। ਤੇ ਅੱਗੋਂ ਸਿੱਖਾਂ ਨੇ ਜਵਾਬ ਕੀ ਦਿੱਤਾ? ਇੱਕ ਕਹਿੰਦਾ ਮਹਾਰਾਜ ਕੁਝ ਸਮਾਂ ਬਹਿ ਜਾਓ, ਠਹਿਰ ਕੇ ਆਇਆ ਜੇ, ਅਜੇ ਲੰਗਰ ਤਿਆਰ ਨਹੀਂ ਹੋਇਆ, ਜਦੋਂ ਤਿਆਰ ਹੋ ਜਾਏਗਾ ਫਿਰ ਤੁਸੀਂ ਛਕ ਲੈਣਾ। ਬੈਠੋ ਬਨ ਹੈ ਲਿਹੋ ਆਹਾਰ। ਬਹਿ ਜਾਓ, 10 ਮਿੰਟ ਅੱਧਾ ਘੰਟਾ ਲੱਗਣਾ ਅਜੇ ਲੰਗਰ ਬਣਨਾ, ਜਦੋਂ ਬਣੇਗਾ ਤੁਹਾਨੂੰ ਵੀ ਮਿਲ ਜਾਏਗਾ, ਛਕ ਲਿਆ ਜੇ। ਅਪਰ ਸਿੱਖ ਕੇ ਪਹੁੰਚੇ ਜਾਏ। ਮਹਾਰਾਜ ਉੱਥੋਂ ਦੂਜੇ ਸਿੱਖ ਦੇ ਘਰ ਚਲੇ ਗਏ। ਜਾਚਿਓ ਆਪਣੀ ਛੁਦਾ ਜਨਾਏ। ਭੇਸ ਬਦਲਿਆ ਹੋਇਆ ਸੀ, ਪਤਾ ਨਹੀਂ ਸੀ ਲੱਗ ਸਕਦਾ ਵੀ ਮਹਾਰਾਜ ਆਪ ਆਏ ਆ ਜਾਂ ਕਿਸੇ ਰੂਪ ਵਿੱਚ ਆਏ ਆ। ਉਹ ਦੂਜੇ ਸਿੱਖ ਤੋਂ ਵੀ ਭੁੱਖ ਦੀ ਆਪਣੀ ਗੱਲ ਕੀਤੀ ਹੈ ਕਿ ਮੈਨੂੰ ਪ੍ਰਸ਼ਾਦੇ ਦੀ ਲੋੜ ਹੈ, ਜੇ ਭਾਈ ਪ੍ਰਸ਼ਾਦਾ ਤਿਆਰ ਹੈ ਤੇ ਫਟਾਫਟ ਛਕਾ ਦੇ। ਬੋਲਿਓ ਸੂਪ ਹੋਣ ਕੀ ਦੇਰ। ਉਹ ਦੂਜਾ ਸਿੱਖ ਬੋਲਿਆ, ਕਹਿਣ ਲੱਗਾ ਮਹਾਰਾਜ ਅਜੇ ਥੋੜਾ ਦਾਲ ਸਬਜ਼ੀ ਬਣਨ 'ਚ ਦੇਰੀ ਹੈ। ਭੋਜਨ ਲਿਹੋ ਆਨ ਕਰ ਫੇਰ। ਦਾਲ ਸਬਜ਼ੀ ਬਣ ਜਾਵੇ ਤੇ ਉਹਨੇ ਚਿਰ ਨੂੰ ਤੁਸੀਂ ਆ ਕੇ ਲੰਗਰ ਛਕ ਲਿਆ ਜੇ। ਤੇ ਸੁਣਤੀ ਸਰਕੋ ਗਏ। ਮਹਾਰਾਜ 10ਵੇਂ ਪਾਤਸ਼ਾਹ ਜੀ ਉਸ ਸਿੱਖ ਤੋਂ ਸੁਣ ਕੇ ਤੀਜੇ ਦੇ ਘਰ ਚਲੇ ਗਏ ਹਨ। ਇਹੋ ਆਹਾਰ ਕੋ ਜਾਚਤ ਭਏ। ਉੱਥੇ ਵੀ ਇਹੀ ਮੰਗ ਕੀਤੀ ਹੈ ਕਿ ਮੈਨੂੰ ਭੁੱਖ ਬਹੁਤ ਡਾਢੀ ਲੱਗੀ ਹੈ,
ਜੇ ਭੋਜਨ ਤਿਆਰ ਹੈ ਤਾਂ ਭਾਈ ਹੁਣੇ ਛਕਾ ਸੋ ਦਿਓ। ਕਹਿ ਪੜਨੋ ਰਹਿਓ ਆਨੰਦ। ਉਹ ਤੀਜਾ ਕਹਿਣ ਲੱਗਾ ਜੇ ਆਨੰਦ ਸਾਹਿਬ ਪੜ੍ਹਨਾ ਰਹਿੰਦਾ ਹੈ, ਆਨੰਦ ਸਾਹਿਬ ਪੜਾਂਗੇ ਫਿਰ ਅਰਦਾਸ ਹੋਵੇਗੀ, ਫਿਰ ਤੁਹਾਨੂੰ ਛਕਾ ਦੇਾਂਗੇ। ਲੀਜੈ ਫੇਰ ਠਹਿਰ ਇੱਕ ਬਿੰਦ। ਬਾ ਬਿੰਦਕ ਥੋੜਾ ਜਿਹਾ ਸਮਾਂ ਠਹਿਰ ਜਾਓ, ਅਰਦਾਸ ਹੋਣ ਵਾਲੀ ਹੈ, ਬਸ ਹੁਣੇ ਤੁਹਾਨੂੰ ਲੰਗਰ ਛਕਾਨੇ ਆ। ਹੁਣ ਤਿਸ ਤੇ ਆਗੇ ਚੱਲ ਖਰੇ। ਕਹਿੰਦੇ ਫਿਰ ਤੀਜੇ ਚੌਥੇ ਘਰ ਜਾ ਪਹੁੰਚੇ ਹਨ। ਇਸੀ ਪ੍ਰਕਾਰ ਜਾਚਬੋ ਕਰੇ। ਉੱਥੇ ਵੀ ਉਸੇ ਤਰ੍ਹਾਂ ਹੀ ਮੰਗਿਆ ਹੈ। ਕਹਿਓ ਬੈਠ ਸੰਗਤ ਨਹਿ ਆਈ। ਤੇ ਅੱਗੋਂ ਚੌਥੇ ਸਿੱਖ ਨੇ ਵੀ ਆਖਿਆ ਬਹਿ ਜਾ ਭਾਈ, ਅਜੇ ਸੰਗਤ ਨਹੀਂ ਆਈ, ਜਦੋਂ ਸੰਗਤ ਆ ਜਾਏਗੀ ਤੈਨੂੰ ਵੀ ਛਕਾ ਦੇਾਂਗੇ। ਮਿਲੈ ਸਕਲ ਪੁਨ ਲੀਜੋ ਖਾਈ। ਫਿਰ ਜਦੋਂ ਸਾਰੇ ਆ ਕੇ ਮਿਲ ਜਾਣਗੇ, ਸਾਰੇ ਬਹਿ ਜਾਣਗੇ, ਫਿਰ ਖਾਵਾਂਗੇ। ਅਜੇ ਇਕੱਲੇ ਨੂੰ ਕਿਹਨੂੰ ਕਿਵੇਂ ਛਕਾ ਦਈਏ, ਸੰਗਤ ਨਹੀਂ ਆਈ ਅਜੇ, ਸੰਗਤ ਆਉਂਦੀ ਹੈ ਤੇ ਫਿਰ ਲੰਗਰ ਛਕਾਨੇ ਆ। ਫਿਰੇ ਬਹੁਤ ਥਲ ਹਾਥ ਨਾ ਆਇਓ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਕਈ ਘਰਾਂ 'ਚ ਫਿਰੇ ਹਨ ਭੇਸ ਬਦਲ ਕੇ, ਕਿਸੇ ਨੇ ਪਛਾਣਿਆ ਵੀ ਨਹੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਆਪ ਆਏ ਹਨ, ਤੇ ਕਿਸੇ ਨੇ ਇਹ ਵੀ ਨਹੀਂ ਦੇਖਿਆ ਬਈ ਬਿਠਾ ਕੇ ਸਤਿਕਾਰ ਨਾਲ ਪ੍ਰਸ਼ਾਦਾ ਛਕਾਈਏ। ਕਿਸੇ ਨੇ ਦਾਲ ਸਬਜ਼ੀ ਦਾ ਬਹਾਨਾ, ਕਿਸੇ ਨੇ ਆਨੰਦ ਸਾਹਿਬ ਦਾ ਬਹਾਨਾ, ਕਿਸੇ ਨੇ ਭੋਗ ਲਾਉਣ ਦਾ, ਕਿਸੇ ਨੇ ਕੁਛ, ਕਿਸੇ ਨੇ ਕੁਛ। ਇਸ ਤਰ੍ਹਾਂ ਟਾਈਮ ਜਿਹੜਾ ਹੈ ਸੰਭਾਲਿਆ ਨਹੀਂ ਗਿਆ ਸਿੱਖਾਂ ਤੋਂ। ਦੌਲਤ ਘਰ ਘਰ ਗੁਰ ਅਕਲਾਇਓ। ਮਹਾਰਾਜ ਕਈ ਘਰਾਂ ਵਿੱਚ ਲੰਗਰ ਛਕਣ ਲਈ ਗਏ ਹਨ, ਪਰ ਕਿਸੇ ਨੇ ਲੰਗਰ ਨਹੀਂ ਛਕਾਇਆ। ਉਪਜਿਓ ਕ੍ਰੋਧ ਜੋ ਫਿਰੇ ਵਿਸਾਲ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁੱਸਾ ਵੀ ਆਇਆ। ਕਹਿੰਦੇ ਕੱਲ ਬੋਲਦੇ ਸੀ ਅਜੇ ਥੋੜੇ ਦਿਨ ਪਹਿਲਾਂ ਹੀ ਵੀ ਗੁਰੂ ਕਾ ਲੰਗਰ ਚਲਾਉਂਦੇ ਆ ਸਾਰੇ ਘਰਾਂ 'ਚ, ਗੁਰੂ ਕਾ ਲੰਗਰ। ਇਹ ਗੁਰੂ ਕਾ ਲੰਗਰ ਹੈ, ਇੱਥੇ ਤਾਂ ਅਜੇ ਇਹਨਾਂ ਦੀਆਂ ਕਰਮਕਾਂਡ ਹੀ ਨਹੀਂ ਪੂਰੇ ਹੋਏ, ਇਹਨਾਂ ਦੇ ਭਰਮ ਹੀ ਨਹੀਂ ਅਜੇ ਨਿਕਲੇ, ਇਹ ਕੀ ਲੰਗਰ ਛਕਾਣਗੇ। ਚਲ ਆਏ ਪੁਨ ਜਹ ਨੰਦ ਲਾਲ। ਤੇ ਇਦਾਂ ਚਲਦੇ ਚਲਦੇ ਪਾਤਸ਼ਾਹ ਉੱਥੇ ਆ ਗਏ ਜਿੱਥੇ ਭਾਈ ਨੰਦ ਲਾਲ ਜੀ ਦਾ ਸਥਾਨ ਹੈ। ਸਿੱਖ ਸਰੂਪ ਦੇਖ ਕਰ ਭਾਈ। ਭਾਈ ਨੰਦ ਲਾਲ ਜੀ ਦਾ ਸਰੂਪ ਵੇਖ ਕੇ ਨਿਕਟ ਹੋਏ ਕਰ ਗਰੀਬ ਨਿਵਾਈ। ਕੋਲ ਗਏ ਤੇ ਭਾਈ ਨੰਦ ਲਾਲ ਜੀ ਨੇ ਸਿੱਖ ਸਮਝਿਆ, ਉਹਨਾਂ ਨੂੰ ਨਹੀਂ ਪਛਾਣ ਆਈ ਵੀ ਮਹਾਰਾਜ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਆਪ ਆਏ ਨੇ। ਉਹਨਾਂ ਨੇ ਵੀ ਭਾਈ ਸਾਹਿਬ ਨੇ ਸਿੱਖ ਸਮਝ ਕੇ ਬੜੀ ਸ਼ਰਧਾ ਨਾਲ ਹੱਥ ਜੋੜ ਕੇ ਆਓ ਜੀ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਬੁਝਿਓ ਕਿਸ ਕਾਰਜ ਕੋ ਆਏ। ਤੇ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਸਿੱਖ ਸਮਝ ਕੇ 10ਵੇਂ ਪਾਤਸ਼ਾਹ ਨੂੰ ਵੀ ਪੁੱਛ ਰਹੇ ਨੇ ਕਿ ਮਹਾਰਾਜ ਜੀ ਕਿੱਥੋਂ ਆਏ ਹੋ, ਕਿਸ ਕੰਮ ਲਈ ਆਏ ਹੋ। ਗੁਰ ਬਚ ਕਹਿਓ ਛੁਦਾ ਅਕੁਲਾਏ। ਤੇ ਮਹਾਰਾਜ ਕਹਿਣ ਲੱਗੇ ਭੁੱਖ ਲੱਗੀ ਹੈ, ਰੋਟੀ ਖਾਣੀ ਹੈ, ਪ੍ਰਸ਼ਾਦਾ ਛਕਣਾ ਹੈ। ਸੁਨਤ ਗਇਓ ਲੰਗਰ ਮੈਂ ਧਾਏ। ਕਹਿੰਦੇ ਸੁਣ ਕੇ ਨੰਦ ਲਾਲ ਲੰਗਰ 'ਚ ਦੌੜ ਕੇ ਗਏ ਭੋਜਨ ਮਾਤਰ ਸੋ ਲੀਨ ਉਚਾਏ। ਤੇ ਪਾਤਸ਼ਾਹ ਦੇ ਛਕਣ ਜੋਗਾ ਭੋਜਨ ਚੁੱਕਿਆ। ਗੁੰਦਿਓ ਆਟਾ ਭੀਗੀ ਦਾਲ। ਉਹ ਭੋਜਨ ਕੀ ਸੀ? ਗੁੱਝਾ ਹੋਇਆ ਆਟਾ ਸੀ ਤੇ ਭਿੱਜੀ ਹੋਈ ਦਾਲ ਸੀ। ਅਜੇ ਆਟਾ ਗੁੰਨਿਆ ਸੀ, ਪ੍ਰਸ਼ਾਦੇ ਨਹੀਂ ਸੀ ਬਣਾਏ, ਤੇ ਦਾਲ ਅਜੇ ਭਿਉਂ ਕੇ ਪਤੀਲੇ 'ਚ ਪਾ ਕੇ ਚੁੱਲ੍ਹੇ 'ਤੇ ਧਰਨੀ ਸੀ ਤੇ ਉਹ ਭਿਓਈ ਸੀ। ਉਹਨੂੰ ਜਿਵੇਂ ਪਹਿਲਾਂ ਮਾੜਾ ਜਿਹਾ ਪਾਣੀ ਕੱਢ ਦਿੰਦੇ ਆ ਨਾ, ਦਾਲ ਨੂੰ ਸਾਫ਼ ਕਰਦੇ ਆ, ਧੋਂਦੇ ਆ, ਫਿਰ ਪਾਣੀ ਪਾ ਕੇ ਤੇ ਫਿਰ ਚੁੱਲ੍ਹੇ 'ਤੇ ਧਰਦੇ ਆ। ਅਜੇ ਭਾਈ ਸਾਹਿਬ ਨੇ ਚੁੱਲ੍ਹੇ 'ਤੇ ਇਹ ਦਾਲ ਰੱਖਣੀ ਸੀ, ਆਟਾ ਗੁੱਝਾ ਸੀ, ਦਾਲ ਭਿੱਜੀ ਸੀ। ਲੋਨ ਘੀਏ ਲੈ ਸਮਦਾ ਨਾਲ। ਤੇ ਥੋੜਾ ਜਿਹਾ ਲੂਣ, ਲੱਕੜਾਂ ਤੇ ਘਿਓ, ਜਿੰਨਾ ਵੀ ਸਮਾਨ ਸੀ ਭਾਈ ਨੰਦ ਲਾਲ ਜੀ ਬਾਹਰ ਲੈ ਆਏ ਚੁੱਕ ਕੇ। ਆਨ ਸਿੱਖ ਕੇ ਆਗੇ ਧਰੀ। ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਰੂਪ ਨਹੀਂ ਪਛਾਣਿਆ, ਸਿੱਖ ਸਮਝ ਕੇ ਅੱਗੇ ਰੱਖ ਦਿੱਤਾ ਸਾਰਾ ਸਮਾਨ। ਹੋਰ ਖਰੇ ਹੋਏ ਬਿਨਤੀ ਕਰੀ। ਔਰ ਫਿਰ ਹੱਥ ਜੋੜ ਕੇ ਨੰਦ ਲਾਲ ਜੀ ਬੇਨਤੀ ਕਰਨ ਲੱਗੇ, ਇਹੋ ਅਬੈ ਇਹ ਹਾਜ਼ਰ ਹੈ। ਮਹਾਰਾਜ ਜੀ ਇਹ ਅੰਗੀਕਾਰ ਕਰੋ, ਇਸ ਵੇਲੇ ਤਾਂ ਇਹ ਗੁੱਝਾ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਹੀ ਹਾਜ਼ਰ ਹੈ। ਪਰ ਤਿਆਰ ਹੋਵਤ ਜੇ ਬਹਿ। ਜੇ ਆਪ ਕੁਝ ਸਮਾਂ ਬਹਿ ਜਾਓ ਤੇ ਇਹ ਮੈਂ ਹੁਣੇ ਪ੍ਰਸ਼ਾਦੇ ਬਣਾ ਕੇ ਤੇ ਦਾਲ ਤਿਆਰ ਕਰਕੇ ਆਪ ਨੂੰ ਪ੍ਰਸ਼ਾਦਾ ਛਕਾਵਾਂਗਾ। ਲਾਖਤ ਕੀ ਜੈ ਤਜ ਖੇਦ। ਆਪ ਜੀ ਨੂੰ ਖੇਦ ਹੋਏਗਾ ਥੋੜਾ ਸਮਾਂ, ਪਰ ਜੇ ਮੈਨੂੰ ਮੌਕਾ ਦਿਓ ਸੇਵਾ ਦਾ ਤਾਂ ਮੈਂ ਹੁਣੇ ਹੀ ਪਕਾ ਕੇ ਛਕਾ ਸਕਦਾ ਹਾਂ। ਫਟੇ ਹਰਖ ਧਰ ਗੁਰੂ ਅਭੇਦ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਕੋਈ ਭੇਦ ਨਹੀਂ ਪਾ ਸਕਦਾ, ਉਹ ਉਥੋਂ ਵਾਪਸ ਪਰਤ ਪਏ ਤੇ ਉਹ ਜਿਹੜੀ ਆਟਾ ਸੀ ਔਰ ਦਾਲ ਸੀ
ਉਹ ਨਾਲ ਹੀ ਲੈ ਆਏ। ਸੋਲੇ ਕਰਨਿਜ ਨਿਕਟ ਰਖਾਏ। ਆਟਾ ਵੀ, ਦਾਲ ਵੀ ਤੇ ਘਿਓ ਖੰਡ ਜੋ ਵੀ ਸੀ ਨਾ ਉਹ ਆਪਣੇ ਝੋਲੇ 'ਚ ਪਾ ਲਿਆ ਤੇ ਨਾਲ ਲੈ ਕੇ ਚੱਲ ਪਏ। ਸੋ ਸਰੂਪ ਸਤਿਗੁਰ ਪਲਟਾਏ। ਤੇ ਆ ਕੇ ਆਪਣਾ ਸਰੂਪ ਪਲਟ ਲਿਆ। ਪਹਿਰੇ ਭੂਖਣ ਬਸਤਰ ਵਿਸਾਲ। ਬੜੇ ਸੋਹਣੇ ਬਸਤਰ ਤੇ ਸ਼ਸਤਰ ਸਜਾਏ। ਸਭਾ ਆਨ ਬੈਠੇ ਤਿਸ ਕਾਲ। ਕਲਗੀ ਤੋੜੇ ਲਾ ਕੇ ਕਲਗੀ ਧਰ ਜੀ ਸਭਾ ਵਿੱਚ ਆ ਬੈਠੇ। ਹੁਣ ਚਰਚਾ ਵਿੱਚ ਸਭਾ ਚਲਾਈ। ਤੇ ਫਿਰ ਸਭਾ ਵਿੱਚ ਦੀਵਾਨ ਵਿੱਚ ਮਹਾਰਾਜ ਨੇ ਉਹ ਜਿਹੜੀ 8-10 ਦਿਨ ਪਹਿਲਾਂ ਗੱਲ ਚੱਲੀ ਸੀ ਨਾ ਲੰਗਰ ਦੀ, ਉਹਦੇ ਉੱਤੇ ਫਿਰ ਚਰਚਾ ਸ਼ੁਰੂ ਕੀਤੀ ਹੈ। ਆਪ ਆਪਣੀ ਦੇਗ ਬਤਾਈ। ਮਹਾਰਾਜ ਨੇ ਸੁਣਿਆ ਸੀ ਕਈ ਦਿਨ ਪਹਿਲਾਂ ਇਹਨਾਂ ਸਿੱਖਾਂ ਨੇ ਕਿਹਾ ਸੀ ਮੈਂ ਵੀ ਲੰਗਰ ਕਰਦਾ ਜੀ, ਮੈਂ ਇੰਨਿਆਂ ਨੂੰ ਛਕਾਨਾ ਜੀ, ਮੈਂ 10 ਨੂੰ ਛਕਾਨਾ ਰੋਜ਼, ਮੈਂ 20 ਨੂੰ ਰੋਜ਼ ਲੰਗਰ ਛਕਾਨਾ, ਮੈਂ 50 ਨੂੰ ਛਕਾਨਾ। ਜਿਨ੍ਹਾਂ ਨੇ ਮਹਾਰਾਜ ਦੇ ਦਰਬਾਰ ਵਿੱਚ ਆਪਣੇ ਆਪਣੇ ਲੰਗਰ ਦੀ ਤਾਰੀਫ ਕੀਤੀ ਸੀ। ਇਤੋਂ ਅਨ ਲੰਗਰ ਹੋਏ ਤਿਆਰ। ਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਦੱਸ ਰਹੇ ਨੇ ਮਹਾਰਾਜ ਇੰਨਾ ਲੰਗਰ ਤਿਆਰ ਹੁੰਦਾ, ਐਨੇ ਮਣ ਆਟਾ ਪੱਕਦਾ ਰੋਜ਼, ਐਨੇ ਮਣ ਦਾਲਾਂ ਬਣਦੀਆਂ ਨੇ, ਐਨਾ ਲੰਗਰ ਗੁਰੂ ਕੇ ਲੰਗਰਾਂ 'ਚ ਪੱਕਦਾ, ਐਨਾ ਲੰਗਰ ਸਿੱਖਾਂ ਦੇ ਲੰਗਰਾਂ 'ਚ ਪੱਕਦਾ ਹੈ। ਸਿੱਖ ਸੰਗਤ ਸਭ ਕਰਹਿ ਆਹਾਰ। ਤੇ ਹਜ਼ਾਰਾਂ ਸੰਗਤਾਂ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਆਈਆਂ ਹੋਈਆਂ ਗੁਰੂ ਕਾ ਲੰਗਰ ਛਕਦੀਆਂ ਨੇ। ਸੁਣ ਗਲ ਗੀਤਰ ਸਭ ਬਿਦਤਾਈ। ਇਹ ਸੁਣ ਕੇ 10ਵੇਂ ਪਾਤਸ਼ਾਹ ਮਹਾਰਾਜ ਬੋਲੇ, ਵਿਚਰੇ ਹਮ ਡੇਰਨ ਸਮੁਦਾਈ। ਮਹਾਰਾਜ ਕਹਿੰਦੇ ਸੁਣੋ, ਤੁਸੀਂ ਸਾਰੇ ਲੰਗਰ ਕਰਦੇ ਹੋ ਤੇ ਕੱਲ ਅਸੀਂ ਤੁਹਾਡੇ ਸਾਰੇ ਡੇਰਿਆਂ 'ਚ ਵਿਚਰ ਕੇ ਆਏ ਹਾਂ। ਕੋਈ ਅਸੀਂ ਡੇਰਾ ਨਹੀਂ ਛੱਡਿਆ, ਘਰ ਨਹੀਂ ਛੱਡਿਆ ਜਿੱਥੇ ਲੰਗਰ ਤੁਸੀਂ ਨਾ ਲਾਇਆ ਹੋਵੇ। ਵਿੱਚ ਕਿਨਹੋ ਕਹਿਓ ਕੁਛ ਦੇਰ ਸੁਣਾਵੇ। ਤੁਹਾਡੇ ਚੋਂ ਕੋਈ ਕਹਿੰਦਾ ਸੀ ਅਜੇ ਆਨੰਦ ਸਾਹਿਬ ਪੜ੍ਹਨਾ, ਕੋਈ ਕਹਿੰਦਾ ਸੀ ਅਜੇ ਅਰਦਾਸ ਕਰਨੀ ਹੈ, ਕੋਈ ਕਹਿੰਦਾ ਸੀ ਭੋਗ ਲੱਗਣਾ, ਕੋਈ ਕਹਿੰਦਾ ਦਾਲ ਬਣਨੀ ਹੈ, ਕੋਈ ਕਹਿੰਦਾ ਸੀ ਅਜੇ ਸੰਗਤ ਨਹੀਂ ਆਈ। ਤੁਹਾਡੇ ਸਾਰਿਆਂ ਦੇ ਵੱਖਰੇ ਵੱਖਰੇ ਬਿਆਨ ਸੀ। ਕਿਸੇ ਨੇ ਇਹ ਨਹੀਂ ਆਖਿਆ ਵੀ ਭੁੱਖ ਲੱਗੀ ਹੈ ਤੇ ਬਹਿ ਜਾਓ ਛਕ ਲਓ। ਹਾਂਜੀ, ਅੰਨ ਸਿੱਧ ਨਹਿ ਅੰਨ ਤਹਿ ਲਿਆਵੇ। ਹਾਂ, ਤੁਸੀਂ ਕਿਸੇ ਨੇ ਇਹ ਨਹੀਂ ਕਿਹਾ ਵੀ ਲੰਗਰ ਤਿਆਰ ਹੈ, ਬਲਕਿ ਇਹ ਹੀ ਕਿਹਾ ਜੇ ਪੱਕਾ ਨਹੀਂ, ਅਜੇ ਤਿਆਰ ਨਹੀਂ, ਹੋਰ ਕਿਤੋਂ ਲੈ ਕੇ ਆਵਾਂ। ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਸੀ। ਸਭ ਸਿੱਖਣ ਕੇ ਛੁਦਾ ਜਨਾਈ। ਕਹਿੰਦੇ ਅਸੀਂ ਸੋਚਿਆ ਵੀ ਕਿਤੇ ਹੋਰ ਚੱਲੀਏ, ਅੱਗੇ ਦੂਜੇ ਘਰਾਂ ਵਿੱਚ ਗਏ, ਤੀਜੇ ਘਰਾਂ ਵਿੱਚ ਗਏ, ਪਰ ਕਿਤੇ ਵੀ ਸਾਨੂੰ ਸਮੇਂ ਸਿਰ ਪ੍ਰਸ਼ਾਦਾ ਛਕਾਉਣ ਦੀ ਗੱਲ ਕਿਸੇ ਨੇ ਨਹੀਂ ਕੀਤੀ। ਇਸਕੇ ਬੈਠ ਨਾ ਕੁਛ ਮੁਖ ਪਾਈ। ਤੁਹਾਡੇ ਸਾਰੇ ਲੰਗਰਾਂ 'ਚ ਅਸੀਂ ਗਏ ਹਾਂ ਕੱਲ, ਕਿਸੇ ਦੇ ਲੰਗਰ 'ਚੋਂ ਸਾਨੂੰ ਮੂੰਹ 'ਚ ਪਾਉਣ ਨੂੰ ਬੁਰਕੀ ਅੰਨ ਦੀ ਨਹੀਂ ਪ੍ਰਾਪਤ ਹੋਈ। ਹੁਣ ਹਮ ਨੰਦ ਲਾਲ ਕੇ ਗਏ। ਫਿਰ ਅਸੀਂ ਭਾਈ ਨੰਦ ਲਾਲ ਦੇ ਘਰ ਗਏ ਸੀ ਛੁਦਾ ਵਿਸਾਲ ਜਨਾਵਤ ਭਏ। ਤੇ ਆਪਣੀ ਭੁੱਖ ਦਿਖਾਈ ਸੀ ਵੀ ਸਾਨੂੰ ਬੜੀ ਭੁੱਖ ਲੱਗੀ ਹੈ, ਸਾਨੂੰ ਪ੍ਰਸ਼ਾਦਾ ਚਾਹੀਦਾ ਹੈ। ਪ੍ਰੇਮ ਕਰ ਲੰਗਰ ਗਇਓ। ਭਾਈ ਨੰਦ ਲਾਲ ਸਾਡਾ ਬਚਨ ਸੁਣ ਕੇ ਲੰਗਰ ਦੇ ਅੰਦਰ ਚਲਾ ਗਿਆ, ਰਸੋਈ ਦੇ ਵਿੱਚ। ਤੇ ਆਨ ਦੇਤ ਇਹ ਭਇਓ। ਉਥੋਂ ਸਾਨੂੰ ਆ ਗੁੱਝਾ ਆਟਾ ਤੇ ਭਿੱਜੀ ਦਾਲ ਉਹਨੇ ਲਿਆ ਕੇ ਦਿੱਤੀ। ਸਭ ਸਿੱਖਣ ਕੋ ਸੋ ਦਿਖਲਾਇਓ। ਮਹਾਰਾਜ ਨੇ ਜਿੰਨੇ ਵੀ ਸਿੱਖ ਲੰਗਰ ਲਾਉਣ ਵਾਲੇ ਸੀ ਨਾ, ਉਹਨਾਂ ਨੂੰ ਗੁੱਝਾ ਆਟਾ ਤੇ ਭਿੱਜੀ ਦਾਲ ਦਿਖਾਈ ਹੈ। ਇਹ ਜੋ ਅੰਨ ਜਾਂਚ ਕਰ ਲਿਆਇਓ। ਮਹਾਰਾਜ ਕਹਿੰਦੇ ਇਹ ਅੰਨ ਜਿਹੜਾ ਹੈ ਇਹ ਅਸੀਂ ਭਾਈ ਨੰਦ ਲਾਲ ਦੇ ਘਰੋਂ ਮੰਗ ਕੇ ਲਿਆਂਦਾ ਹੈ। ਨੰਦ ਲਾਲ ਭਾ ਹਮਰੋ ਦਾਤਾ। ਅੱਜ ਤੋਂ ਬਾਅਦ ਨੰਦ ਲਾਲ ਸਾਡਾ ਦਾਤਾ ਬਣ ਗਿਆ। ਆਖੋ ਸਤਨਾਮ ਸ੍ਰੀ। ਜਿਹਨੇ ਸਾਨੂੰ ਦਿੱਤਾ ਹੈ, ਦਾਤੇ ਨੂੰ ਵੀ ਦਿੱਤਾ ਹੋਵੇ, ਉਹ ਦਾਤਿਆਂ ਦਾ ਵੀ ਦਾਤਾ ਹੁੰਦਾ। ਧੰਨ ਕਲਗੀਧਰ ਪਾਤਸ਼ਾਹ ਸਭ ਤੋਂ ਵੱਡੇ ਦਾਤੇ ਹਨ। ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ, ਜੀਵਨ ਦਾਤੇ ਸਤਿਗੁਰੂ, ਤੇ ਭਾਈ ਨੰਦ ਲਾਲ ਜੀ ਨੂੰ ਵਰ ਦੇ ਰਹੇ ਨੇ। ਨੰਦ ਲਾਲ ਸਾਡਾ ਵੀ ਦਾਤਾ ਹੈ। ਹਾਂਜੀ, ਭਗਤ ਭਾਉ ਸੰਤਨ ਮਨ ਰਾਤਾ। ਭਗਤੀ ਭਾਵਨਾ ਦੇ ਰੰਗ ਵਿੱਚ ਰੰਗਿਆ ਹੋਇਆ ਇਹ ਸੰਤ, ਇਹ ਸੰਤਾਂ ਦਾ ਪ੍ਰੇਮੀ, ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਹੈ। ਛੁਦਤ ਨਾ ਦੇਖ ਸਕੈ ਚਿਰ ਭਾਰੋ। ਮਹਾਰਾਜ ਕਹਿੰਦੇ ਇਹਨੂੰ ਅਸਲ ਗੱਲ ਦੀ ਸਮਝ ਹੈ, ਇਹਨੂੰ ਲੰਗਰ ਦਾ ਪਤਾ ਹੈ ਵੀ ਲੰਗਰ ਦੀ ਵੈਲਿਊ ਕੀ ਹੈ। ਲੰਗਰ ਦੀ ਵੈਲਿਊ ਇਹ ਨਹੀਂ ਹੈ ਬਈ ਲੋਕ ਕਹਿਣ ਫਲਾਣੇ ਬੰਦੇ ਨੇ ਬੜੀ ਖੀਰ ਬਣਾਈ, ਬੜਾ ਕੜਾਹ ਬਣਾਇਆ, ਬੜੇ ਉਹਨੇ ਵਧੀਆ ਵਧੀਆ ਕੋਫਤੇ ਤੇ ਬੜੀਆਂ ਸਬਜ਼ੀਆਂ ਤਿਆਰ ਕੀਤੀਆਂ ਤੇ ਉਹਨੇ ਲੱਖਾਂ ਰੁਪਈਆ ਖਰਚ ਕੀਤਾ ਲੰਗਰ ਤੇ। ਨਹੀਂ, ਲੰਗਰ ਦੀ ਅਹਿਮੀਅਤ ਹੈ ਕਿ ਭੁੱਖੇ ਦੀ ਭੁੱਖ ਮਿਟਾਵੇ ਸਮੇਂ ਦੇ ਨਾਲ। ਜੇ ਸਮੇਂ ਅਨੁਸਾਰ ਭੁੱਖ ਨਹੀਂ ਮਿਟਾ ਸਕਿਆ ਤੇ ਲੰਗਰ ਦਾ ਵਿਖਾਵਾ ਕਰ ਰਿਹਾ, ਉਹਦਾ ਲੰਗਰ ਗੁਰੂ ਘਰ 'ਚ ਪ੍ਰਵਾਨ ਨਹੀਂ ਹੈ। ਦੇਖ ਕਰਤ ਸੋਈ ਮਮ ਪਿਆਰੋ। ਮਹਾਰਾਜ ਕਹਿੰਦੇ ਜਿਹੜਾ ਮੇਰਾ ਪਿਆਰਾ ਗੁਰੂ ਦਾ ਲੰਗਰ ਕਰਦਾ ਨਾ,
ਉਹ ਸਿਰਫ ਕਰਦਾ ਭੁੱਖ ਮਿਟਾਉਣ ਵਾਸਤੇ, ਉਹ ਵਿਖਾਵੇ ਵਾਸਤੇ ਨਹੀਂ ਕਰਦਾ। ਉਹ ਲੋਕਾਂ ਤੋਂ ਸ਼ਾਬਾਸ਼ੀ ਨਹੀਂ ਲੈਣੀ ਚਾਹੁੰਦਾ, ਵਾਹ ਵਾਹ ਨਹੀਂ ਖੱਟਣੀ ਚਾਹੁੰਦਾ। ਇਹੀ ਗੁਰੂ ਕੇ ਸਿੱਖ ਦੀ ਮਰਜ਼ਾਦਾ ਹੈ। ਸਿੱਖ ਕੋ ਦੇਖੈ ਛੁਦਾ ਵਿਸਾਲਾ, ਜਿਹੜਾ ਗੁਰੂ ਕਾ ਸਿੱਖ ਹੈ, ਸਿੱਖ ਨੂੰ ਭੁੱਖਾ ਵੇਖ ਕੇ ਉਸੇ ਵੇਲੇ ਹੀ ਪ੍ਰਸ਼ਾਦਾ ਛਕਾਵੇ। ਸਹਿ ਬਤਾਵਹਿ ਨੈ ਚਿਰ ਕਾਲਾ, ਉਹਨੂੰ ਇਹ ਨਾ ਦੱਸ ਕਵੇ ਵੀ ਕੱਲ ਨੂੰ ਆਵੀਂ, ਸ਼ਾਮੀ ਆਵੀਂ, ਠਹਿਰ ਕੇ ਆਵੀਂ, ਘੰਟਾ ਲੱਗੇਗਾ, 2 ਘੰਟੇ ਲੱਗਣਗੇ ਜੇ ਭੋਗ ਲੱਗਣਾ। ਅਜੇ ਵੀ ਸਾਧ ਸੰਗਤ ਜੀ ਕਈ ਵਾਰੀ ਅਸੀਂ ਦੇਖਿਆ ਹੈ ਬਈ ਬਹੁਤੇ ਕੱਟੜ ਸਿੱਖ ਸੰਗਤਾਂ ਨੂੰ ਭੁੱਖੀਆਂ ਹੀ ਮੋੜ ਦਿੰਦੇ ਆ। ਅਸਲ 'ਚ 2 ਵਜੇ ਅਰਦਾਸ ਹੋਵੇਗੀ, ਫਿਰ ਭੋਗ ਲੱਗੇਗਾ, ਫਿਰ ਲੰਗਰ ਵਰਤੇਗਾ। ਅੱਧੀ ਸੰਗਤ ਜਿਹੜੀ ਦੀਵਾਨ 'ਚ ਬੈਠੀ ਆ ਉਹ ਜਾਵੇ ਵਾਪਸ, ਤੇ ਫਿਰ ਅਸੀਂ ਇਕੱਲੇ ਬਹਿ ਕੇ ਖਾਵਾਂਗੇ। ਇੱਦਾਂ ਨਹੀਂ ਕਰਨਾ ਚਾਹੀਦਾ। ਲੰਗਰ ਦਾ ਜਦੋਂ ਸਮਾਂ ਹੈ, ਅਰਦਾਸ ਕਰਕੇ ਤੁਸੀਂ ਵਰਤਾਣਾ ਸ਼ੁਰੂ ਕਰ ਦਿਓ, ਸੰਗਤ ਛਕੇ। ਸੰਗਤ ਵਿੱਚ ਹੀ ਭਗਵਾਨ ਭੋਗ ਲਾਉਂਦਾ ਹੈ, ਹੋਰ ਕਿੱਥੇ ਹੈ ਪਰਮੇਸ਼ਰ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਉਪਦੇਸ਼ ਦੇ ਰਹੇ ਨੇ, ਅੱਜ ਸਾਰੀ ਦੁਨੀਆ ਦੇ ਸਿੱਖਾਂ ਵਾਸਤੇ ਹੈ ਵੀ ਜੇ ਲੰਗਰ ਵਰਤਾ ਰਹੇ ਹੋ ਤਾਂ ਸਿੱਖ ਕੋ ਦੇਖਿਆ ਛੁਦਾ ਵਿਸਾਲਾ, ਤਿਸੈ ਬਤਾਵੇਂ ਨੈ ਚਿਰਕਾਲਾ। ਵੀ ਇਹਨੂੰ ਹੁਣ ਭੁੱਖ ਲੱਗੀ ਹੈ ਤੇ ਇਹਨੂੰ 10 ਮਿੰਟ 20 ਮਿੰਟ ਅੱਧਾ ਘੰਟਾ ਹੋਰ ਤੜਫਾਈਏ, ਨਹੀਂ, ਉਸੇ ਵੇਲੇ ਹੀ ਉਹਦੇ ਅੱਗੇ ਪ੍ਰਸ਼ਾਦਾ ਪਾ ਕੇ ਦਿਓ। ਅਸੀਂ ਵੀ ਕਈ ਵਾਰੀ ਦੇਖਿਆ ਲੰਗਰਾਂ ਵਿੱਚ, ਸਾਡੇ ਨਾਲ ਵੀ ਇੱਦਾਂ ਹੋਇਆ। ਅਹੇ ਬਾਬਾ ਜੀ ਅਜੇ 2 ਘੰਟੇ ਠਹਿਰ ਜਾਓ, ਅਰਦਾਸ ਤੋਂ ਬਾਅਦ ਹੀ ਲੰਗਰ ਮਿਲੇਗਾ। ਹੁਣ ਕੀ ਕਰੀਏ, ਮਜਬੂਰੀ ਦਾ ਨਾਂ ਸ਼ੁਕਰੀਆ, ਉਤੋਂ ਕਥਾ ਵੀ ਕਰਨੀ ਹੁੰਦੀ ਹੈ ਤੇ ਭੁੱਖੇ ਵੀ ਬਹਿ ਕੇ ਕਰਨੀ ਪੈਂਦੀ ਹੈ। ਸੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਮਝਾਇਆ ਸਿੱਖਾਂ ਨੂੰ, ਪਰ ਅੱਜ ਇਸ ਗੱਲਾਂ ਗੁਰੂ ਦੀਆਂ ਗ੍ਰੰਥਾਂ ਵਿੱਚ ਹੀ ਰਹਿ ਗਈਆਂ। ਪ੍ਰੈਕਟੀਕਲ ਤੌਰ ਤੇ ਅਸੀਂ ਇਹਨਾਂ ਤੇ ਵਿਚਾਰ ਨਹੀਂ ਕਰਦੇ। ਹਾਂਜੀ, ਜਿਉ ਕਿਉ ਕਰ ਪੇਖਨ ਕੋ ਕਰੈ, ਜਿਉ ਕਿਉ ਕਰ ਪੋਖਨ ਕੋ ਕਰੈ। ਜਿਵੇਂ ਕਿਵੇਂ ਗੁਰੂ ਕੇ ਸਿੱਖ ਦਾ ਪੇਟ ਭਰੇ, ਜੋ ਵੀ ਕੋਲ ਹੈ ਆਟਾ ਗੁੱਝਾ ਦੇ ਉਹ ਹੀ ਰੱਖ ਦਿੱਤਾ ਅੱਗੇ, ਕਹਿੰਦੇ ਇਹ ਹਾਜ਼ਰ ਹੈ ਤੇ ਹੁਕਮ ਹੋਵੇ ਤੇ 10 ਮਿੰਟਾਂ 'ਚ ਤਿਆਰ ਕਰ ਦਿਆਂਗਾ। ਜੋ ਵੀ ਰੁੱਖਾ ਮਿੱਸਾ ਉੱਥੇ ਹੁਣ ਭਾਈ ਨੰਦ ਲਾਲ ਜੀ ਦੀ ਜਿਹੜੀ ਸਾਈਕੋਲੋਜੀ ਹੈ ਨਾ, ਜਿਹੜਾ ਉਹਨਾਂ ਦਾ ਸੋਚਣ ਦਾ ਢੰਗ ਹੈ, ਉਹ ਸੰਸਾਰੀ ਲੋਕਾਂ ਤੋਂ ਵੱਖਰਾ ਹੈ। ਜੇ ਕੋਈ ਸਾਡੇ ਵਰਗਾ ਹੋਏਗਾ, ਉਹਨੇ ਇਹ ਸੋਚਣਾ ਜੇ ਮੈਂ ਭਿੱਜੀ ਦਾਲ ਗੁੱਝਾ ਆਟਾ ਅੱਗੇ ਰੱਖਾਂਗਾ ਤੇ ਅਗਲਾ ਮੈਨੂੰ ਗਾਲਾਂ ਨਾ ਕੱਢੇਗਾ, ਅੱਗੇ ਮੈਨੂੰ ਮਾੜਾ ਨਾ ਬੋਲੇਗਾ, ਅਗਲਾ ਮੈਨੂੰ ਕਹੇਗਾ ਵੀ ਤੂੰ ਐ ਕੀ ਕਰ ਦਿੱਤਾ, ਕੱਚਾ ਆਟਾ ਮੈਂ ਕੀ ਕਰਾਂ। ਪਰ ਉਹਨੇ ਭਾਈ ਨੰਦ ਲਾਲ ਨੇ ਮਾਣ ਅਪਮਾਨ ਵਡਿਆਈ ਛੁਟਿਆਈ ਨੂੰ ਪਰੇ ਕਰਕੇ ਉਹਨਾਂ ਨੇ ਆਖਿਆ ਪਾਤਸ਼ਾਹ ਇਹ ਹਾਜ਼ਰ ਹੈ, ਹੁਕਮ ਹੋਵੇ ਹੁਣੇ ਬਣਾ ਦਿੰਨੇ ਆ। ਇਹ ਜਿਹੜੀ ਖੇਡ ਹੈ 10ਵੇਂ ਪਾਤਸ਼ਾਹ ਨੇ ਪਸੰਦ ਕੀਤੀ ਹੈ। ਸੋ ਸਿੱਖ ਮੋਹਿ ਪ੍ਰਸੰਨਤਾ ਧਰੈ। ਕਲਗੀਧਰ ਕਹਿੰਦੇ ਜਿਹੜਾ ਇਸ ਤਰ੍ਹਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦਾ, ਲੋੜ ਦੇ ਸਮੇਂ ਦੇ ਅਨੁਸਾਰ ਉਹਦੀ ਭੁੱਖ ਮੇਟਦਾ, ਉਹਦੇ ਤੇ ਸਾਡੀ ਖੁਸ਼ੀ ਹੁੰਦੀ ਹੈ। ਅੰਨ ਦਾਨ ਸਮ ਨਾਹਿਨ ਅੰਨ। ਮਹਾਰਾਜ ਕਹਿੰਦੇ ਅੰਨ ਦਾਨ ਵਰਗਾ ਹੋਰ ਕੋਈ ਦਾਨ ਨਹੀਂ ਹੈ। ਦਾਨ ਬੜੇ ਨੇ ਸਾਧ ਸੰਗਤ ਜੀ, ਕਿਸੇ ਨੂੰ ਵਿਦਿਆ ਦਾਨ ਦੇਣੀ ਇਹ ਵੀ ਬੜਾ ਦਾਨ ਹੈ, ਕਿਸੇ ਨੂੰ ਕੱਪੜਾ ਦਾਨ ਦੇਣਾ ਬੜਾ ਦਾਨ ਹੈ, ਕਿਸੇ ਬਿਮਾਰ ਨੂੰ ਦਵਾਈ ਦੇਣੀ ਇਹ ਵੀ ਬੜਾ ਦਾਨ ਹੈ, ਤੇ ਅਨੇਕਾਂ ਤਰ੍ਹਾਂ ਦਾ ਦਾਨ ਹੈ। ਪਰ ਅੰਨ ਦਾਨ ਤੋਂ ਬਿਨਾਂ, ਪਾਣੀ ਦਾਨ ਤੋਂ ਬਿਨਾਂ ਜੀਵਨ ਨਹੀਂ ਚੱਲ ਸਕਦਾ। ਜੇ ਕਿਸੇ ਭੁੱਖੇ ਨੂੰ ਰੋਟੀ ਨਾ ਮਿਲੇ, ਹੋਰ ਉਹਨੂੰ ਜੋ ਮਰਜ਼ੀ ਦੇਈ ਜਾਓ, ਉਹ ਕੀ ਕਰੇਗਾ। ਪ੍ਰਸ਼ਾਦਾ ਸਭ ਤੋਂ ਪਹਿਲੀ ਲੋੜ ਹੈ। ਇਸੇ ਲਈ ਸੱਚੇ ਪਾਤਸ਼ਾਹ ਜੀ ਨੇ 20 ਰੁਪਏ ਦਾ ਲੰਗਰ ਲਾਇਆ, ਸਾਰੀ ਦੁਨੀਆ ਛਕ ਰਹੀ ਹੈ। ਤਾਂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਅੰਨਦਾਨ ਵਰਗਾ ਭਾਈ ਹੋਰ ਕੋਈ ਦਾਨ ਨਹੀਂ ਹੈ। ਛੁਤਤ ਪਿਖਤ ਹੀ ਦੇ ਨਰ ਧਨ। ਭੁੱਖੇ ਪਿਆਸੇ ਨੂੰ ਵੇਖ ਕੇ ਜਿਹੜਾ ਪ੍ਰਸ਼ਾਦਾ ਦਿੰਦਾ, ਉਹੀ ਅਸਲ ਵਿੱਚ ਧਨਤਾ ਯੋਗ ਹੈ। ਅੰਨਦਾਨ ਨਹਿ ਸਮੋ ਵਿਚਾਰੈ। ਅੰਨ ਦਿਆਨ ਵੇਲੇ ਸਮਾਂ ਨਹੀਂ ਵਿਚਾਰਨਾ। ਅੱਧੀ ਰਾਤ ਹੈ ਤਾਂ ਵੀ ਭੁੱਖੇ ਨੂੰ ਪ੍ਰਸ਼ਾਦਾ ਛਕਾਓ, ਦੁਪਹਿਰ ਹੈ ਤਾਂ ਵੀ ਛਕਾਓ, ਸਵੇਰ ਹੈ ਤਾਂ ਵੀ, ਸ਼ਾਮ ਹੈ। ਇਹਦੇ ਵਰਗਾ ਨਹੀਂ ਕੋਈ ਪੁੰਨ ਦੁਨੀਆ ਉੱਤੇ। ਰਹਿਣ ਕੀ 2 ਦਿਨ ਸਾਂਝ ਸਕਾਰੈ। ਰਾਤ ਹੋਵੇ, ਸਾਂਝ ਹੋਵੇ, ਦਿਨ ਹੋਵੇ, ਸਵੇਰ ਹੋਵੇ, ਸ਼ਾਮ ਹੋਵੇ, ਕਲਗੀਧਰ ਪਾਤਸ਼ਾਹ ਕਹਿੰਦੇ ਲੰਗਰ ਜ਼ਰੂਰ ਛਕਾਓ। ਪੁੰਨਿਓ ਦਰਸ ਆਦ ਜੇ ਪਰਬ। ਪੂਰਨਮਾਸ਼ੀ ਹੈ, ਮੱਸਿਆ ਹੈ, ਸੰਗਰਾਂਦ ਹੈ, ਜਿਹੜੇ ਵੀ ਕੋਈ ਗੁਰਪੁਰਬ ਨੇ, ਦੀਵਾਲੀ ਹੈ, ਵਿਸਾਖੀ ਹੈ, ਕੋਈ ਸਮਾਗਮ ਹੈ, ਨਾਹਿਨ ਪ੍ਰਤੀਕ ਹੈ ਤਿਆਗ ਹੈ ਸਰਬ। ਇਹ ਨਾ ਉਡੀਕੇ ਵੀ ਪੂਰਨਮਾਸ਼ੀ ਆਵੇਗੀ ਤੇ ਲੰਗਰ ਲਾਵਾਂਗੇ, ਸੰਗਰਾਂਦ ਆਵੇਗੀ ਤੇ ਲੰਗਰ ਲਾਵਾਂਗੇ, ਦੀਵਾਲੀ ਆਵੇਗੀ ਤੇ ਲੰਗਰ ਲਾਵਾਂਗੇ। ਅੱਜ ਸਾਡਾ ਸਿੱਖਾਂ ਦਾ ਵੀ ਇਸੇ ਤੇ ਜ਼ੋਰ ਲੱਗਾ ਹੋਇਆ। ਕਈ ਪਿੰਡਾਂ ਵਿੱਚ ਅਖੰਡ ਪਾਠ ਸਾਹਿਬ ਲੜੀਆਂ ਚਲਾਈਆਂ ਹੋਈਆਂ, ਤੇ ਉੱਥੇ ਸੰਗਤ ਆਵੇਗੀ ਤੇ ਮਟਰ ਪਨੀਰ ਖਵਾਵਾਂਗੇ, ਕਿਉਂਕਿ ਉਹਨਾਂ ਕੋਲੋਂ ਪੈਸੇ ਲੈਣੇ ਆ।
ਤੇ ਜਿਹੜੇ ਪਾਠੀ ਬੁਲਾਏ ਹੋਏ ਉਹਨਾਂ ਨੂੰ ਆਲੂ ਖਵਾਵਾਂਗੇ, ਕਿਉਂਕਿ ਉਹਨਾਂ ਨੇ ਤੇ ਭੇਟਾ ਲੈਣੀ ਹੈ। ਸਾਡੀ ਸਾਧ ਸੰਗਤ ਦੀ ਬਿਰਤੀ ਕਿਹੜੇ ਪਾਸੇ ਚਲੀ ਗਈ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਨਾ ਵੇਖੇ ਵੀ ਪੂਰਨਮਾਸ਼ੀ ਤੇ ਹੀ ਲੰਗਰ ਲਾਣਾ, ਮੱਸਿਆ ਤੇ ਹੀ ਲੰਗਰ ਲਾਣਾ, ਸੰਗਰਾਂਦ ਤੇ ਹੀ ਲੰਗਰ ਲਾਣਾ। ਮਹਾਰਾਜ ਕਹਿੰਦੇ ਜਦੋਂ ਵੀ ਕੋਈ ਆ ਜਾਵੇ ਉਹਨੂੰ ਸ਼ਰਧਾ ਨਾਲ ਲੰਗਰ ਛਕਾਣਾ ਹੈ। ਪਾਤਰ ਅਪਾਤਰ ਨਾ ਹੀਰਤ ਕੋਏ। ਇਹ ਵੀ ਨਾ ਦੇਖੇ ਵੀ ਇਹ ਲੰਗਰ ਛਕਣ ਦਾ ਅਧਿਕਾਰੀ ਹੈ ਜਾਂ ਅਨਅਧਿਕਾਰੀ ਹੈ। ਇੱਕ ਵਾਰੀ ਮਹਾਂਪੁਰਸ਼ਾਂ ਦੇ ਨਾਲ ਸੀ ਅਸੀਂ, ਤੇ ਉੱਥੇ ਉਹ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਲੰਗਰ 'ਚ ਆ ਗਿਆ, ਤੇ ਕੁਝ ਸਿੰਘ ਬੜੇ ਗਰਮ ਫਟਾਫਟ ਡੰਡੇ ਚੁੱਕ ਲਿਆਏ ਵੀ ਸ਼ਰਾਬੀ ਨੂੰ ਕੁੱਟਣਾ। ਉਹ ਮਹਾਂਪੁਰਸ਼ ਕਹਿੰਦੇ ਭਾਈ ਇਹ ਪ੍ਰਸ਼ਾਦਾ ਛਕਣ ਆਇਆ, 2 ਪ੍ਰਸ਼ਾਦੇ ਨੂੰ ਦਿਓ, ਇਹ ਛਕ ਕੇ ਜਾਵੇ। ਤੁਸੀਂ ਇਹਨੂੰ ਕੁੱਟੋਗੇ, ਮਾਰੋਗੇ, ਰੌਲਾ ਪਾਓਗੇ, ਇਹਦੇ ਅੰਦਰ ਜਿਹੜਾ ਭਗਵਾਨ ਬੈਠਾ ਉਹ ਭੁੱਖਾ ਰਹੇਗਾ। ਇਸ ਕਰਕੇ ਸਾਧ ਸੰਗਤ ਜੀ ਜਿਹੜੇ ਗੁਰੂ ਕੇ ਪਿਆਰੇ ਨੇ ਨਾ, ਉਹ ਤੇ ਲੰਗਰ ਦੇ ਵਿੱਚ ਪਾਤਰ ਪਾਤਰ ਵੀ ਨਹੀਂ ਦੇਖਦੇ। ਇਹ ਨਹੀਂ ਦੇਖਦੇ ਵੀ ਇਹ ਦੁਸ਼ਮਣ ਹੈ। ਪੰਥ ਪ੍ਰਕਾਸ਼ ਵਿੱਚ ਆਉਂਦਾ ਨਾ, ਕਹਿੰਦੇ ਜਦੋਂ ਖਾਲਸਾ ਕਿਤੇ 8ਵੇਂ 7ਵੇਂ ਦਿਨ ਜੰਗਲਾਂ ਦੇ ਵਿੱਚ ਲੰਗਰ ਪਕਾਉਂਦਾ ਸੀ ਤੇ ਫਿਰ ਨਗਾਰੇ ਦੇ ਚੋਭਾ ਮਾਰ ਕੇ ਆਵਾਜ਼ ਦਿੰਦਾ ਸੀ, ਦੇਤ ਆਵਾਜ਼ਾਂ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਆਵਾਜ਼ ਦਿੰਦੇ ਭਾਈ ਗੁਰੂ ਕਾ ਲੰਗਰ ਤਿਆਰ ਹੈ, ਜੇ ਕੋਈ ਭੁੱਖਾ ਤੇ ਆ ਜਾਓ ਛਕ ਲਓ। ਤਿਸੀ ਸਮੇਂ ਦੁਸ਼ਮਨ ਚਲ ਆਵੈ, ਜਾਨ ਮੀਤ ਸਮ ਤਾਏ ਛਕਾਵੈ। ਉਸ ਵੇਲੇ ਅਬਦਾਲੀ ਦੇ ਵੀ ਸਿਪਾਹੀ ਆ ਜਾਂਦੇ ਸੀ, ਉਹਨਾਂ ਨੂੰ ਵੀ ਮਿੱਤਰ ਆਓ ਜੀ ਭਰਾ ਜੀ ਬਹਿ ਜਾਓ ਛਕ ਲਓ, ਉਹਨਾਂ ਨੂੰ ਵੀ ਸਿੰਘ ਲੰਗਰ ਛਕਾਉਂਦੇ ਸੀ। ਕਹਿੰਦੇ ਇਹੋ ਜਿਹੀ ਅਵਸਥਾ ਹੋਵੇ ਲੰਗਰ ਛਕਾਉਣ ਵਾਲੇ ਦੀ, ਉਹ ਪਾਤਰ ਅਪਾਤਰ ਊਚ ਨੀਚ ਕੋਈ ਨਾ ਵੇਖੇ। ਊਚ ਨੀਚ ਕੈਸੋ ਨਾ ਹੋਏ। ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਬਾਹਮਣ ਹੋਵੇ, ਭਾਵੇਂ ਸ਼ੂਦਰ ਹੋਵੇ, ਊਚ ਨੀਚ ਜਾਤ ਉਹਦੀ ਨਾ ਵੇਖੇ, ਗਰੀਬ ਤੇ ਅਮੀਰ ਵੀ ਨਾ ਦੇਖੇ। ਅੱਜ ਕੱਲ੍ਹ ਅਸੀਂ ਇਹ ਤਾਂ ਦੇਖਦੇ ਹਾਂ ਵੀ ਪੈਂਟ ਕੋਟ ਪਾਇਆ, ਟਾਈ ਸ਼ਾਈ ਲਾਈ ਹੈ, ਇਹਨੂੰ ਤੇ ਏਸੀ ਕਮਰੇ 'ਚ ਬਹਿ ਕੇ ਲੰਗਰ ਛਕਾਓ, ਤੇ ਵਿਚਾਰਾ ਕੱਪੜੇ ਪਾਟੇ ਆ, ਗਰੀਬੜਾ ਜਿਹਾ ਬੰਦਾ, ਉਹ ਬਾਬਾ ਉੱਥੇ ਬਹਿ ਕੇ ਛਕ ਲੈ ਪਰਾਂ। ਇੱਦਾਂ ਨਾ ਕਰੇ, ਸਾਰਿਆਂ ਨੂੰ ਪ੍ਰੇਮ ਨਾਲ ਸਤਿਕਾਰ ਨਾਲ ਇੱਕੋ ਜਿਹਾ ਲੰਗਰ ਛਕਾਵੇ। ਦੇਖਤ ਅਛੁਤ ਅੰਨ ਕੋ ਦਇਓ। ਭੁੱਖੇ ਨੂੰ ਵੇਖ ਕੇ ਅੰਨ ਦਵੇ ਜਿਹੜਾ। ਸਕਲ ਦਾਨ ਤੇ ਫਲ ਅਧਿਕੇ। ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡਾ ਦਾਨੀ ਹੈ, ਸਭ ਤੋਂ ਜ਼ਿਆਦਾ ਉਹਦਾ ਫਲ ਹੈ। ਅੰਨਦਾਨ ਵਰਗਾ ਕੋਈ ਦਾਨ ਨਹੀਂ ਹੈ। ਨਾਮ ਸਿੱਖ ਪਿਆਰੋ ਦੇਗ ਜੋ ਕਰੈ। ਮੇਰਾ ਪਿਆਰਾ ਸਿੱਖ ਜਿਹੜਾ ਗੁਰੂ ਦੀ ਦੇਗ ਕਰਦਾ, ਗੁਰੂ ਦਾ ਲੰਗਰ ਕਰਦਾ, ਛੁਦਤ ਨਰਨ ਕੀ ਛੁਦਾ ਸੋ ਰਰੈ। ਉਹ ਭੁੱਖੇ ਦੀ ਭੁੱਖ ਨੂੰ ਦੂਰ ਕਰਦਾ ਹੈ, ਉਹਦੇ ਵਰਗਾ ਕੋਈ ਦਾਨੀ ਨਹੀਂ ਹੈ। ਸਭ ਦਾਨਨ ਤੇ ਉੱਤਮ ਦਾਨ। ਕਲਗੀਧਰ ਪਾਤਸ਼ਾਹ ਕਹਿੰਦੇ ਸਾਰਿਆਂ ਦਾਨਾਂ ਤੋਂ ਉੱਤਮ ਦਾਨ ਜਿਸ ਕੇ ਦੀਏ ਬਚਤ ਹੈ ਪ੍ਰਾਨ। ਉਹ ਅੰਨ ਦਾਨ ਹੈ, ਰੋਟੀ ਦਾ ਦਾਨ ਹੈ, ਪ੍ਰਸ਼ਾਦੇ ਦਾ ਦਾਨ ਹੈ, ਜਿਹਦੇ ਦਾਨ ਕਰਨ ਨਾਲ ਬੰਦੇ ਦੇ ਪ੍ਰਾਣ ਬਚ ਜਾਂਦੇ ਆ, ਜਾਨ ਬਚ ਜਾਂਦੀ ਹੈ। ਜਾਂ ਤੇ ਇਸ ਸਮਾਨ ਨਹਿ ਆਨ। ਇਸ ਕਰਕੇ ਇਹਦੇ ਵਰਗਾ ਕੋਈ ਦਾਨ ਨਹੀਂ ਹੈ। ਲਿਹੋ ਮਹਾਫਲ ਸਿੱਖ ਸੁਜਾਨ। ਇਹ ਸਿੱਖੋ ਇਹਦਾ ਮਹਾਫਲ ਹੈ, ਜਿਹੜਾ ਵੀ ਇਹਨੂੰ ਕਰੇਗਾ, ਉਹ ਲੰਗਰ ਚਲਾਏਗਾ, ਉਹਨੂੰ ਮਹਾਫਲ ਦੀ ਪ੍ਰਾਪਤੀ ਹੋਵੇਗੀ। ਪਰ ਭਾਈ ਨੰਦ ਲਾਲ ਵਰਗਾ ਉਹ ਨਿਸ਼ਕਾਮ ਹੋਵੇ, ਉਹ ਨਿਰਮਾਣ ਹੋਵੇ। ਇਹ ਨਾ ਹੋਵੇ ਵੀ 2 ਬੰਦਿਆਂ ਨੂੰ ਲੰਗਰ ਛਕਾ ਕੇ ਤੇ WhatsApp ਤੇ Facebook ਤੇ ਪਾਇਆ ਹੋਵੇ ਵੀ ਮੈਂ ਅੱਜ ਲੰਗਰ ਲਾਇਆ ਸੀ ਤੇ ਲੋਕਾਂ ਨੂੰ ਮੈਂ ਲੰਗਰ ਛਕਾਇਆ। ਖਾਲਸਾ ਪੰਥ ਲੰਗਰ ਛਕਾਵੇ, ਪਰ ਅੱਜ ਕੱਲ੍ਹ ਜਿਵੇਂ ਲੰਗਰ ਦੀ ਸਾਧ ਸੰਗਤ ਜੀ ਅਸੀਂ ਧੋਈ ਨਹੀਂ ਕਰੀ ਜਾਂਦੇ ਹਾਂ, ਕਈ ਵਾਰੀ ਲੰਗਰ ਦੇ ਉੱਤੇ ਹੀ ਸਾਰਾ ਜ਼ੋਰ ਲਾ ਕੇ ਤੇ ਆਪਣਿਆਂ ਨੂੰ ਨਹੀਂ ਛਕਾਉਂਦੇ ਤੇ ਹੋਰ ਹੀ ਬਾਹਰ ਹੀ ਵੰਡੀ ਜਾਂਦੇ ਆ। ਤੇ ਜਿਹੜਾ ਪੰਜਾਬ ਸਾਡਾ, ਇੱਥੇ ਭੁੱਖੇ ਲੋਕ ਮਰੀ ਜਾਂਦੇ, ਦੂਜੇ ਧਰਮਾਂ ਵਿੱਚ ਚਲੀ ਜਾਂਦੇ ਆ। ਠੀਕ ਹੈ, ਗੁਰੂ ਖਾਲਸੇ ਦਾ ਸਾਰੀ ਧਰਤੀ ਉੱਤੇ ਹੀ ਪਿਆਰ ਹੋਣਾ ਚਾਹੀਦਾ, ਪਰ ਜਿਹੜੇ ਪੰਜਾਬ 'ਚ ਭੁੱਖੇ ਬੈਠੇ, ਪਹਿਲਾਂ ਇਹਨਾਂ ਨੂੰ ਤੇ ਪ੍ਰਸ਼ਾਦਾ ਛਕਾਓ, ਇਹਨਾਂ ਨੂੰ ਵਿੱਦਿਆ ਦਿਓ। ਇਹ ਦੂਜੇ ਧਰਮਾਂ 'ਚ ਤਾਂ ਹੀ ਜਾਂਦੇ ਨਾ ਵੀ ਜਦੋਂ ਅਸੀਂ ਇਹਨਾਂ ਦਾ ਖਿਆਲ ਨਹੀਂ ਰੱਖਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਹੈ ਉਹ ਗਰੀਬ ਦੀ ਪਾਲਣਾ ਕਰੇ। ਸ੍ਰੀ ਮੁਖ ਤੇ ਮਹਿਮਾ ਸੁਣਿਆ ਸੇ। ਆਪ ਸਿੰਘ ਜੋ ਰਾਜਾ ਹੋਈ, ਨਿਰਧਨ ਸਿੰਘਨ ਪਾਲੇ ਸੋਈ। ਇਹ ਵੀ ਰਹਿਤਨਾਮਿਆਂ 'ਚ ਲਿਖਿਆ, ਜੇ ਕਿ ਸਿੰਘ ਰਾਜਾ ਹੈ ਤਾਂ ਗਰੀਬ ਸਿੰਘਾਂ ਨੂੰ ਉਹ ਨੌਕਰੀ ਦੇਵੇ, ਪਾਲੇ। ਇਸ ਤਰ੍ਹਾਂ ਮਹਾਰਾਜ ਨੇ ਵਡਿਆਈ ਲੰਗਰ ਦੀ ਕੀਤੀ ਹੈ। ਭਏ ਸੁਚੇਤ ਸਿੱਖ ਜੇ ਬੈਸੇ। ਜਿੰਨੇ ਵੀ ਸਿੱਖ ਉੱਥੇ ਕੋਲ ਬੈਠੇ ਸੀ ਨਾ ਲੰਗਰਾਂ ਵਾਲੇ, ਉਹ ਵੀ ਹੁਣ ਸੁਚੇਤ ਹੋ ਗਏ। ਉਹਨਾਂ ਨੂੰ ਵੀ ਸਮਝ ਆਈ ਵੀ ਅਸੀਂ ਤਾਂ ਫੇਲ ਹੋ ਗਏ ਹਾਂ। 10ਵੇਂ ਪਾਤਸ਼ਾਹ ਮਹਾਰਾਜ ਨੇ ਸਾਡੇ ਲੰਗਰਾਂ ਦੀ ਸਾਰਿਆਂ ਦਾ ਨਿਰੀਖਣ ਕੀਤਾ ਹੈ, ਨੰਦ ਲਾਲ ਹੀ ਪਾਸ ਹੋਏ ਨੇ,
ਬਾਕੀ ਸਾਰੇ ਪਿੱਛੇ ਰਹਿ ਗਏ ਨੇ। ਭਾਉ ਭਗਤ ਕੋ ਹਿਰਦੈ ਧਾਰਾ, ਪਰ ਗੁਰੂ ਕੇ ਸਿੱਖ ਹੁਣ ਹੋਰ ਪ੍ਰੇਮ ਵਿੱਚ ਆ ਗਏ, ਸ਼ਰਧਾ ਵਿੱਚ ਆ ਗਏ ਚਹਿ ਪ੍ਰਸੰਨਤਾ ਗੁਰੂ ਉਦਾਰਾ। ਤੇ ਗੁਰੂ ਸਾਹਿਬ ਦੀ ਪ੍ਰਸੰਨਤਾ ਚਾਹੁੰਦੇ ਨੇ। ਦੇਗ ਵਿਖੇ ਜਬ ਕੋ ਚਲ ਆਵੇ, ਜਦੋਂ ਕੋਈ ਲੰਗਰ ਵਿੱਚ ਆਉਂਦਾ ਹੈ ਬਿਨਾ ਦੇਰ ਤਤਕਾਲ ਛਕਾਵੇ। ਹੁਣ ਉਹਨੂੰ ਦੇਰ ਨਹੀਂ ਲਾਉਂਦੇ, ਫਟਾਫਟ ਛਕਾਉਂਦੇ ਨੇ। ਛੁਦਤ ਨ ਰਹਿ ਪਰਨ ਕੋ ਧਾਰਾ, ਹੁਣ ਨੇਮ ਕਰ ਲਿਆ ਸਿੱਖਾਂ ਨੇ ਵੀ ਅੱਜ ਤੋਂ ਬਾਅਦ ਭੁੱਖਾ ਨਹੀਂ ਕਿਸੇ ਨੂੰ ਮੋੜਨਾ ਲੰਗਰ ਵਿੱਚੋਂ। ਮਹਾਦਾਨ ਕੋ ਸਫਲ ਵਿਚਾਲਾ, ਕਹਿੰਦੇ ਮਹਾਦਾਨ ਹੈ ਲੰਗਰ, ਅੰਨਦਾਨ, ਇਹਦੇ ਵਰਗਾ ਕੋਈ ਦਾਨ ਨਹੀਂ। ਸੱਚੇ ਪਾਤਸ਼ਾਹ ਭਾਈ ਨੰਦ ਲਾਲ ਜੀ ਤੇ ਬੜੀਆਂ ਬਖਸ਼ਿਸ਼ਾਂ ਕਿਰਪਾ ਕਰਦੇ ਨੇ। ਆਪਾਂ ਅੱਗੇ ਉਹਨਾਂ ਦਾ ਹੋਰ ਇਤਿਹਾਸ ਵੀ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰਾਥ ਅਗੰਮ ਪੂਰਨ ਮੋਹਿ ਮਇਆ, ਅੰਧ ਕੂਪ ਮਹਾ ਪਿਆਰ ਨਾਨਕ ਪਾਰਿਤਾ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾ, ਜੋ ਸ਼ਰਧਾ ਕਰ ਸੇਵੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।